ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੇਰੇ ਨਾਲ ਡਾਕਟਰ ਅਮਰ ਸਿੰਘ ਆਜ਼ਾਦ। ਇੱਕ ਵਾਰ ਫੇਰ ਆਪਣਾ ਡਾਕਟਰ ਆਪ ਬਣੋ ਲੜੀਵਾਰ ਨੰਬਰ 59 ਬੀ ਯੂਰ ਓਨ ਡਾਕਟਰ ਐਪੀਸੋਡ ਨੰਬਰ 59 ਵਿੱਚ ਅਸੀਂ ਚਰਚਾ ਕਰਾਂਗੇ ਸ਼ੂਗਰ ਤੇ ਬੀਪੀ ਦੀਆਂ ਦਵਾਈਆਂ ਸੰਬੰਧੀ। ਸ਼ੂਗਰ ਤੇ ਬੀਪੀ ਦੀਆਂ ਦਵਾਈਆਂ ਕਿਉਂ ਛਡਾਉਣੀਆਂ ਚਾਹੀਦੀਆਂ ਨੇ, ਸ਼ੂਗਰ ਤੇ ਬੀਪੀ ਦੀਆਂ ਦਵਾਈਆਂ ਕਿਵੇਂ ਛੱਡੀਆਂ ਜਾ ਸਕਦੀਆਂ ਨੇ, ਤੇ ਜੇ ਆਪਾਂ ਸ਼ੂਗਰ ਦੇ ਬੀਪੀ ਦੀਆਂ ਦਵਾਈਆਂ ਲੌਂਗ ਟਰਮ 'ਚ ਲੈਂਦੇ ਰਹਿੰਦੇ ਹਾਂ ਤਾਂ ਇਹਦੇ ਨਾਲ ਆਪਾਂ ਨੂੰ ਬੋਡੀ ਦੇ ਉੱਤੇ ਕੀ ਇਫੈਕਟ ਪੈਂਦਾ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤੋਂ। ਡਾਕਟਰ ਸਾਹਿਬ, ਸ਼ੂਗਰ ਤੇ ਬੀਪੀ ਇਹ ਦੋਨੇ ਇੱਕ ਦੂਜੇ ਨਾਲ ਕਨੈਕਟਡ ਨੇ। ਇੱਕ ਦੂਜੇ ਨਾਲ ਬੀਪੀ ਆਇਆ ਤਾਂ ਸ਼ੂਗਰ ਆ ਗਿਆ, ਸ਼ੂਗਰ ਆ ਗਿਆ ਤਾਂ ਬੀਪੀ ਆ ਗਿਆ। ਇਹ ਦੋਨੇ ਇੱਕ ਦੂਜੇ ਨਾਲ ਕਨੈਕਟਡ ਨੇ ਅਤੇ ਜੇ ਇੱਕ ਦੀ ਦਵਾਈ ਸ਼ੁਰੂ ਹੁੰਦੀ ਹੈ ਤਾਂ ਦੂਜੀ ਦੀ ਦਵਾਈ ਆਪਣੇ ਆਪ ਥੋੜ੍ਹੀ ਦੇਰ ਬਾਅਦ ਸ਼ੁਰੂ ਹੋ ਜਾਂਦੀ ਹੈ। ਕੀ ਸੱਚ ਹੈ? ਕਹਿ ਸਕਦੇ ਆਪਾਂ, ਪਰ ਦੋਨਾਂ ਦੇ ਕਾਰਨ ਇੱਕੋ ਜਿਹੇ ਨੇ। ਕਾਰਨ ਇੱਕੋ ਜਿਹੇ ਨੇ। ਸ਼ੂਗਰ ਜਿਹੜੀ ਹੈ ਬੇਸਿਕਲੀ ਬੀਪੀ ਦਾ ਕਾਰਨ ਬਣਦੀ ਹੈ ਬਹੁਤੀ ਵਾਰੀ। ਬੀਪੀ ਤੋਂ ਬਾਅਦ ਵੀ ਸ਼ੂਗਰ ਹੋ ਜਾਂਦੀ ਹੈ? ਨਹੀਂ, ਬਾਅਦ ਬੀਪੀ ਚਲੋ ਉਹ ਦੋਨੋਂ ਇੱਕ ਦੂਜੇ ਨਾਲ ਜੁੜੇ, ਐਕਚੁਅਲੀ ਇਕੱਠੇ ਹੀ ਆਉਂਦੇ ਆ। ਕਿਉਂਕਿ ਸਵਾਲ ਵੀ ਕਿਹੜਾ ਪਹਿਲਾਂ ਆ ਗਿਆ, ਕਿਹਨੇ ਪਹਿਲਾਂ ਆਪਣਾ ਮੂੰਹ ਉੱਪਰ ਕੱਢ ਲਿਆ ਤੁਹਾਨੂੰ ਦਿਖਾਇਆ। ਅੰਦਰ ਜਿਹੜਾ ਹਾਲਾਤ ਬਣ ਰਹੇ ਹੁੰਦੇ ਆ ਉਹ ਦੋਨਾਂ ਵਾਸਤੇ ਹੀ ਜਿਹੜੇ ਨੇ ਉਹ ਕਾਰਗਰ ਅਤੇ ਜਿਹੜੇ ਹਾਲਾਤ ਬਣਦੇ ਆ ਉਹਦੇ ਕਾਰਨ ਇੱਕੋ ਹੀ ਨੇ। ਠੀਕ ਹੈ, ਤਾਂ ਉਹ ਕਾਰਨ ਜਿਹੜੇ ਨੇ ਉਹ ਬੜੇ ਸਪਸ਼ਟ ਨੇ। ਹੁਣ ਇਹ ਕਾਫੀ ਕੁਛ ਖੋਜਾਂ ਹੋ ਗਈਆਂ ਨੇ ਕਿ ਜਿਹੜੇ ਸ਼ੂਗਰ ਔਰ ਬੀਪੀ ਵਰਗੀਆਂ ਬਿਮਾਰੀਆਂ ਨੇ, ਹੋਰ ਅਨੇਕਾਂ ਬਿਮਾਰੀਆਂ ਜੁੜੀਆਂ ਹੋਈਆਂ ਇਹਦੇ ਨਾਲ। ਬੀਪੀ ਹੈ, ਸ਼ੂਗਰ ਹੈ, ਮੋਟਾਪਾ ਹੈ, ਤੁਹਾਡਾ ਹਾਰਮੋਨ ਡਿਸਰਪਸ਼ਨਸ ਨੇ, ਕੋਲੈਸਟਰੋਲ ਦਾ ਵਧਣਾ ਹੈ, ਕਈ ਚੀਜ਼ਾਂ ਇਕੱਠੀਆਂ ਜਿਹੀਆਂ ਹੁੰਦੀਆਂ ਨੇ। ਇਹਦੇ ਕਾਰਨ ਲਗਭਗ ਇੱਕੋ ਜਿਹੇ ਹੁੰਦੇ ਆ। ਪਰ ਜਿਹੜੀ ਸਭ ਤੋਂ ਵੱਡੀ ਜਿਹੜੀ ਇਹਦੇ 'ਚ ਜਿਹੜੀ ਸਭ ਤੋਂ ਪਹਿਲਾਂ ਕਰਨ ਵਾਲੀ ਗੱਲ ਹੈ ਕਿ ਜਿਹੜੀਆਂ ਮੈਡੀਕਲ ਲਿਟਰੇਚਰ ਦੇ ਅੰਦਰ ਖੋਜਾਂ ਹੋਈਆਂ ਨੇ ਪਿਛਲੇ ਕੋਈ ਲਾ ਲਓ 8 ਤੋਂ ਸ਼ੁਰੂ ਹੋਈਆਂ ਅਤੇ 15 ਤੋਂ ਬਾਅਦ ਹੜ੍ਹ ਆ ਗਿਆ ਇਹਨਾਂ ਖੋਜਾਂ ਦਾ। ਪਿਛਲੇ 10-12 ਸਾਲ ਤੋਂ ਜਿਹੜੀਆਂ ਕਹਿੰਦੀਆਂ ਨੇ ਕਿ ਸ਼ੂਗਰ ਨੂੰ ਅਤੇ ਬੀਪੀ ਦੋਨਾਂ ਨੂੰ ਦਵਾਈਆਂ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਨਾ, ਜਾਂ ਇਹ ਕਹਿਣਾ ਕਿ ਦਵਾਈਆਂ ਨਾਲ ਅਸੀਂ ਇਲਾਜ ਕਰ ਰਹੇ ਹਾਂ ਇਹਦਾ, ਜਾਂ ਇਹਨਾਂ ਨੂੰ ਮੈਨੇਜ ਕਰ ਰਹੇ ਹਾਂ, ਇਹ ਕੋਈ ਸਹੀ ਸਟੇਟਮੈਂਟ ਨਹੀਂ ਹੈ। ਕਿਉਂਕਿ ਦਵਾਈਆਂ ਨਾਲ ਇਲਾਜ ਕਰਨ ਦੇ ਬਾਵਜੂਦ ਜਿਹੜਾ ਸ਼ੂਗਰ ਦਾ ਮਰੀਜ਼ ਹੈ, ਉਦਾਹਰਨ ਦੇ ਤੌਰ 'ਤੇ ਸ਼ੂਗਰ ਦਾ ਮਰੀਜ਼ ਇਹਦੀਆਂ ਦਵਾਈਆਂ ਤੁਸੀਂ ਖਾ ਵੀ ਲਓ ਅਤੇ ਉਹਦੀ ਰੀਡਿੰਗ ਥੱਲੇ ਰੱਖ ਵੀ ਲਓ, ਤਾਂ ਵੀ ਜਿਹੜਾ ਸਰੀਰ ਨੂੰ ਅੰਦਰੋਂ ਨੁਕਸਾਨ ਕਰਦੀ ਸ਼ੂਗਰ ਇੱਕ ਇਹੋ ਜਿਹੀ ਬਿਮਾਰੀ ਹੈ ਜਿਹੜੀ ਕਿਸੇ ਇੱਕ ਅੰਗ ਦੀ ਬਿਮਾਰੀ ਨਹੀਂ ਹੈ। ਇਹ ਇਕੱਲੇ ਅੰਗ ਨੂੰ, ਇਕੱਲੇ ਸੈੱਲ ਨੂੰ ਡੈਮੇਜ ਕਰਦੀ ਹੈ, ਚਟਮ ਕਰ ਜਾਂਦੀ ਹੈ। ਜਿਹਨੂੰ ਆਪਾਂ ਜੇ ਕਹਿ ਦਈਏ ਬਿਲਕੁਲ ਸਿਉਂਕ ਵਾਂਗੂ ਹੈ ਵੀ ਜੇ ਘਰ 'ਚ ਕਿਤੇ ਜਗਾਠ ਨੂੰ ਸਿਉਂਕ ਲੱਗੀ ਹੋਵੇ ਤਾਂ ਉਹ ਅੰਦਰ ਹੀ ਜਗਾਠ ਜਿਹੜੀ ਖਾਈ ਜਾਂਦੀ ਹੈ। ਬਾਹਰੋਂ ਢਾਂਚਾ ਜਿਹਾ ਖੜ੍ਹਾ ਹੁੰਦਾ, ਜਦੋਂ ਆਪਾਂ ਹੱਥ ਲਾਉਣੇ ਤਾਂ ਜਗਾਠ ਥੱਲੇ ਗਿਰ ਜਾਂਦੀ ਹੈ। ਡਾਕਟਰ ਸਾਹਿਬ, ਇੱਕ ਚੀਜ਼ ਹੋਰ ਜੇ ਮੈਂ ਕਹਿ ਦੇਵਾਂ ਕਿ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਕਿ ਸ਼ੂਗਰ ਅਤੇ ਬੀਪੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਬਿਮਾਰੀਆਂ ਦੇ ਵਿੱਚੋਂ ਸਭ ਤੋਂ ਉੱਪਰਲੇ ਨੰਬਰ 'ਚ ਆਉਂਦੀ ਹੈ। ਕੀ ਇਹ ਸੱਚ ਹੈ? ਬਿਲਕੁਲ ਸਹੀ ਗੱਲ ਹੈ ਤੁਹਾਡੀ। ਬੀਪੀ ਇਸ ਵੇਲੇ ਦੇਖੋ ਲਗਭਗ ਹਰ ਤੀਜੇ ਚੌਥੇ ਬੰਦੇ ਨੂੰ ਬੀਪੀ ਹੈ, ਅਡਲਟ ਨੂੰ। ਅਤੇ ਲਾ ਲਈਏ ਆਪਾਂ ਵੀ ਹਰ 10ਵੇਂ 12ਵੇਂ ਬੰਦੇ ਨੂੰ ਸ਼ੂਗਰ ਹੈ। ਉਹ ਵੀ ਆਪਾਂ ਉਹ ਅੰਕੜੇ ਲੈ ਰਹੇ ਹਾਂ ਜਿਹਦੇ 'ਤੇ ਸ਼ੂਗਰ ਦੀ ਚੇਪੀ ਲੱਗ ਚੁੱਕੀ ਹੈ। ਜਿਹੜੇ ਪ੍ਰੀ ਡਾਇਬਟਿਕ ਨੇ ਵੱਖਰੇ ਨੇ। ਹਾਂ, ਪ੍ਰੀ ਡਾਇਬਟਿਕ ਨੇ ਜਾਂ ਜਿਹਨਾਂ ਦਾ ਪੱਕਾ ਹੀ ਹੈ ਕਿ ਉਹਨਾਂ ਨੇ ਅੱਜ ਨਹੀਂ ਤਾਂ ਸਾਲ ਬਾਅਦ ਉਹਨਾਂ 'ਤੇ ਵੀ ਚੇਪੀ ਲੱਗਣੀ ਹੈ। ਇੰਸੂਲਿਨ ਰੈਜ਼ਿਸਟੈਂਸ ਹੈ, ਜਾਂ ਜਿਹਨਾਂ ਦੇ ਕੁਛ ਉਹਦੇ ਫੀਚਰਸ ਆਲਰੇਡੀ ਆ ਰਹੇ ਹੁੰਦੇ ਆ, ਕੁਛ ਸ਼ੂਗਰ ਦੇ ਫੀਚਰਸ ਆਲਰੇਡੀ ਸ਼ੁਰੂ ਹੋ ਜਾਂਦੇ ਆ, ਤਾਂ ਉਹਨਾਂ ਦੀ ਗਿਣਤੀ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਤਾਂ ਇਸ ਕਰਕੇ ਜਿਹੜਾ ਬੀਪੀ ਦੇ ਵਿੱਚ ਵੀ ਇਹੀ ਹੈ ਕਿ ਬੀਪੀ ਜਿਹੜੀ ਆਪਾਂ ਸ਼ੂਗਰ ਦੀ ਗੱਲ ਕੀਤੀ ਹੈ ਕਿ ਸ਼ੂਗਰ ਦੀਆਂ ਦਵਾਈਆਂ ਨਾਲ ਸ਼ੂਗਰ ਦੀ ਰੀਡਿੰਗ ਨੂੰ ਲੋ ਰੱਖਣਾ ਕੋਈ ਇਲਾਜ ਨਹੀਂ ਹੈ। ਇਹ ਰਾਦਰ ਮੈਂ ਸਮਝਦਾ ਕਿ ਬਹੁਤ ਵੱਡਾ ਧੋਖਾ ਹੈ। ਪੇਸ਼ੈਂਟ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਭਾਈ ਤੂੰ ਦਵਾਈ ਖਾ ਅਤੇ ਤੂੰ ਠੀਕ ਰਹੇਗਾ। ਪੇਸ਼ੈਂਟ ਤਾਂ ਸਾਡੇ 'ਤੇ ਵਿਸ਼ਵਾਸ ਕਰਕੇ ਅਤੇ ਦਵਾਈ ਖਾਈ ਜਾਂਦਾ ਅਤੇ ਉਹ ਸਮਝਦਾ ਮੈਂ ਠੀਕ ਹਾਂ। ਮਗਰੋਂ ਪਤਾ ਲੱਗਦਾ ਵੀ ਅੱਖ 'ਤੇ ਵੀ ਅਸਰ ਹੋ ਗਿਆ, ਗੁਰਦੇ 'ਤੇ ਵੀ ਹੋ ਗਿਆ, ਲੱਤਾਂ 'ਤੇ ਵੀ ਹੋ ਗਿਆ, ਨਿਊਰੋਪੈਥੀ ਵੀ ਹੋ ਗਈ, ਇਲੈਕਟ੍ਰੋਡਾਕਟਾਈਲ ਡਿਸਫੰਕਸ਼ਨ ਵੀ ਹੋ ਗਿਆ। ਦੁਨੀਆ ਦੀਆਂ ਸਾਰੀਆਂ ਪਿੱਛੇ ਇੱਕ ਲੰਬੀ ਜਿਹੜੀ ਉਹਦੀ ਕੰਪਲੀਕੇਸ਼ਨ ਦੀ ਜਿਹੜੀ ਲਿਸਟ ਹੈ ਉਹ ਮਗਰ ਆਈ ਜਾਂਦੀ ਹੈ। ਇਸ ਗੱਲ ਦੇ ਬਾਵਜੂਦ ਕਿ ਤੁਸੀਂ ਗੋਲੀਆਂ 'ਤੇ ਖਾ ਰਹੇ ਹੋ ਜਾਂ ਟੀਕਾ ਲਾ ਰਹੇ ਹੋ ਇੰਸੂਲਿਨ ਦਾ। ਅੱਜ ਕੱਲ੍ਹ ਤਾਂ ਡਾਕਟਰ ਇੱਕ ਹੋਰ ਕੰਮ ਹੋ ਗਿਆ ਕਿ
ਬੰਦੇ ਨੂੰ ਟਾਈਪ 2 ਸ਼ੂਗਰ ਹੁੰਦੀ ਹੈ, ਇਨਸੂਲਿਨ ਉਹਦੇ ਅੰਦਰ ਪਹਿਲਾਂ ਹੀ ਹੁੰਦੀ ਹੈ, ਤੇ ਉਹਨੂੰ ਇਨਸੂਲਿਨ ਦੇ ਇੰਜੈਕਸ਼ਨ ਹੋਰ ਲੱਗਣੇ ਸ਼ੁਰੂ ਹੋ ਜਾਂਦੇ ਨੇ, ਤੇ ਉਹ ਅੰਦਰੋਂ ਹੋਰ ਜ਼ਿਆਦਾ ਨੁਕਸਾਨ ਪਹੁੰਚਾ ਦਿੰਦੇ ਨੇ। ਇੱਦਾਂ ਦਾ ਸ਼ਾਇਦ ਕੋਈ ਐਵੇਂ ਕੁਐਕ ਹੀ ਕਰਦਾ ਹੋਵੇਗਾ, ਲੇਕਿਨ ਨਹੀਂ ਪਤਾ ਹੁੰਦਾ ਕੀ ਹੈ। ਜਿਹੜੀਆਂ ਸ਼ੂਗਰ ਜਿਹੜੀਆਂ ਗੋਲੀਆਂ ਨੇ, ਗੋਲੀਆਂ ਵੀ ਦੋ ਤਰ੍ਹਾਂ ਦੀਆਂ ਨੇ। ਇੱਕ ਤਾਂ ਮੈਟਫਾਰਮਨ ਵਾਲਾ ਗਰੁੱਪ ਹੈ। ਮੈਟਫਾਰਮਨ ਵਾਲਾ ਗਰੁੱਪ ਕੀ ਕਰਦਾ ਹੈ ਕਿ ਤੁਹਾਡੇ ਸ਼ੂਗਰ 'ਚ ਦੀ ਜਿਹੜੀ ਵਰਤੋਂ ਹੈ ਸਰੀਰ ਨੂੰ, ਮਤਲਬ ਕੈਮੀਕਲੀ ਇਸ ਗੱਲ ਲਈ ਸਟਿਮੂਲੇਟ ਕਰਦਾ ਕਿ ਤੂੰ ਸ਼ੂਗਰ ਵਰਤ ਹੋਰ, ਅਤੇ ਲਿਵਰ ਨੂੰ ਕਹਿੰਦਾ ਤੂੰ ਸ਼ੂਗਰ ਰਿਲੀਜ਼ ਨਾ ਕਰ, ਅੰਤੜੀਆਂ ਨੂੰ ਕਹਿੰਦਾ ਤੂੰ ਸ਼ੂਗਰ ਅਬਜ਼ੋਰਬ ਹੀ ਨਾ ਕਰ। ਸੋ ਇੱਦਾਂ ਦਾ ਮੈਕੈਨਿਜ਼ਮ ਆ ਉਹਦਾ। ਕੁਛ ਦਵਾਈਆਂ ਨੇ ਗਿਲਮੀਪਰਾਈਡ ਵਰਗੀਆਂ ਜਿਹੜੀਆਂ ਪੈਂਕਰੀਆਸ ਨੂੰ ਸਟਿਮੂਲੇਟ ਕਰਦੀਆਂ ਨੇ ਅਤੇ ਕਹਿੰਦੀਆਂ ਹੋਰ ਇਨਸੂਲਿਨ ਪੈਦਾ ਕਰ। ਇਨਸੂਲਿਨ ਟਾਈਪ 2 ਉਹਦੇ ਵਿੱਚ ਜਿਹੜੀ ਸ਼ੂਗਰ ਹੈ ਉਹਦੇ 'ਚ ਇਨਸੂਲਿਨ ਆਲਰੇਡੀ ਜ਼ਿਆਦਾ ਹੁੰਦੀ ਹੈ। ਉਹਦੇ 'ਚ ਸ਼ੁਰੂ 'ਚ ਮਸਲਾ ਕੀ ਹੁੰਦਾ, ਟਾਈਪ 2 'ਚ ਸ਼ੁਰੂ 'ਚ ਟਾਈਪ 2 'ਚ ਮਸਲਾ ਹੁੰਦਾ ਹੈ ਕਿ ਸਰੀਰ ਜਿਹੜਾ ਹੈ ਇਨਸੂਲਿਨ ਨੂੰ ਰਿਸਪੌਂਡ ਨਹੀਂ ਕਰ ਰਿਹਾ। ਉਹ ਜਾਂ ਤਾਂ ਤੁਹਾਡੇ ਸਰੀਰ 'ਚ ਨੁਕਸ ਹੈ ਜਾਂ ਤੁਹਾਡੀ ਇਨਸੂਲਿਨ 'ਚ ਨੁਕਸ ਹੈ ਕਿ ਸਰੀਰ ਜਿੰਨੇ ਲੈਵਲ 'ਤੇ ਉਹਨੂੰ ਰਿਸਪੌਂਡ ਕਰਨਾ ਚਾਹੀਦਾ ਹੈ, ਸਰੀਰ ਉਸ ਤੋਂ ਹਾਇਰ ਲੈਵਲ 'ਤੇ ਜਾ ਕੇ ਰਿਸਪੌਂਡ ਕਰਦਾ। ਇਹਨੂੰ ਕਹਿੰਦੇ ਇਨਸੂਲਿਨ ਰੈਜ਼ਿਸਟੈਂਸ। ਕਿ ਸਰੀਰ ਉਹਦੇ ਕਾਰਨ ਦੇ ਵਿੱਚ ਬਹੁਤੀ ਗਹਿਰਾਈ 'ਚ ਆਪਾਂ ਨਾ ਜਾਈਏ। ਉਹਦੇ 'ਚ ਮੇਰੇ ਖਿਆਲ ਦੋਸਤਾਂ ਨੂੰ ਕੋਈ ਬਹੁਤਾ ਲਾਭ ਨਹੀਂ ਹੋਣਾ ਕਿ ਉਹਦੀ ਕਿੱਦਾਂ ਝਿੱਲੀ ਬਣਦੀ ਹੈ ਅਤੇ ਕਿੱਦਾਂ ਉਸ 'ਚ ਫਿਰ ਆਪਾਂ ਉਲਝ ਜਾਵਾਂਗੇ, ਲੰਬੀ ਹੋ ਜਾਏਗੀ ਗੱਲ। ਆਪਾਂ ਗੱਲ ਕਰੀਏ ਕਿ ਮਸਲਾ ਇਹ ਹੈ ਕਿ ਇਨਸੂਲਿਨ ਰੈਜ਼ਿਸਟੈਂਸ ਜਿਹੜੀ ਹੈ ਉਹਦੇ 'ਚ ਇਨਸੂਲਿਨ ਆਲਰੇਡੀ ਜ਼ਿਆਦਾ ਹੈ। ਇਨਸੂਲਿਨ ਜ਼ਿਆਦਾ ਕਿਉਂ ਕਰਨੀ ਪੈਂਦੀ? ਕਿਉਂਕਿ ਬਾਡੀ ਰਿਸਪੌਂਡ ਨਹੀਂ ਕਰ ਰਹੀ, ਸਰੀਰ ਨੂੰ ਲੋੜ ਹੈ। ਤਾਂ ਬਾਡੀ ਕੀ ਕਰਦੀ ਹੈ? ਇਨਸੂਲਿਨ ਦੀ ਪ੍ਰੋਡਕਸ਼ਨ ਵਧਾਉਂਦੀ ਹੈ। ਹੁਣ ਬਾਡੀ ਜਿਹੜੀ ਸਾਰੀ ਬਾਡੀ ਬਿਮਾਰ ਹੈ ਉਹ ਵਰਤੋਂ ਨਹੀਂ ਕਰ ਰਹੀ ਸ਼ੂਗਰ ਦੀ, ਇਨਸੂਲਿਨ ਨੂੰ ਰਿਸਪੌਂਡ ਹੀ ਨਹੀਂ ਕਰਦੀ। ਇਨਸੂਲਿਨ ਦਾ ਕੰਮ ਕੀ ਹੁੰਦਾ ਕਿ ਇਨਸੂਲਿਨ ਨੇ ਸ਼ੂਗਰ ਚੱਕਣੀ ਹੈ ਖੂਨ 'ਚੋਂ ਚੱਕਣੀ ਹੈ ਅਤੇ ਸੈੱਲ ਤੱਕ ਲੈ ਕੇ ਜਾਣੀ ਹੈਗੀ, ਸੈੱਲ ਦੇ ਦਰਵਾਜ਼ੇ 'ਤੇ ਜਾ ਕੇ ਦਸਤਖਤ ਦੇਣੀ ਹੈ ਕਿ ਮੈਂ ਆ ਗਿਆ। ਪਰ ਇਹਦੇ ਨਾਲ ਇੱਕ ਇਨਸੂਲਿਨ ਦਾ ਇੱਕ ਹੋਰ ਫੈਕਟਰ ਵੀ ਹੈ ਨਾ, ਉਹ ਗਰੋਥ ਫੈਕਟਰ ਵੀ ਹੈ ਨਾਲ। ਹਾਂ ਨਹੀਂ, ਉਹ ਠੀਕ ਹੈ ਤੁਹਾਡੀ ਗੱਲ, ਉਹ ਤੇ ਆਉਂਦੇ ਆਪਾਂ। ਜਦੋਂ ਉਹ ਇਨਸੂਲਿਨ ਜਾ ਕੇ ਲੈ ਕੇ ਸ਼ੂਗਰ ਜਾਂਦੀ ਹੈ ਉਹਦੇ ਕੋਲੇ, ਸੈੱਲ ਕੋਲੇ, ਤਾਂ ਸੈੱਲ ਕੋਲੇ ਜੇ ਸ਼ੂਗਰ 'ਚ ਪਹਿਲਾਂ ਹੀ ਹੈਗੀ ਹੈ ਤਾਂ ਸੈੱਲ ਕਹਿੰਦਾ ਮੈਨੂੰ ਨਹੀਂ ਚਾਹੀਦੀ, ਬਾਹਰ ਰਹਿ, ਕਿਉਂਕਿ ਅਸੀਂ ਜ਼ਿਆਦਾ ਸ਼ੂਗਰ ਵਾਲੇ ਫੂਡ ਖਾ ਰਹੇ ਹਾਂ। ਤਾਂ ਉਹਦੇ ਜਿੰਨੀ ਅੰਦਰ ਤੱਕ ਸਟੋਰ ਹੈ ਨਹੀਂਗਾ, ਅੰਦਰ ਤਾਂ ਨਾਲ ਦੀ ਨਾਲ ਵਰਤੀ ਜਾਣੀ ਹੈ। ਜਿੱਦਾਂ ਬਿਜਲੀ ਹੈ ਪਿੱਛੋਂ ਆਉਂਦੀ ਹੈ ਅਤੇ ਨਾਲ ਦੀ ਨਾਲ ਅਸੀਂ ਵਰਤ ਲੈਂਦੇ ਹਾਂ, ਕੋਈ ਬਿਜਲੀ ਸਟੋਰ ਤਾਂ ਨਹੀਂ ਹੁੰਦੀ ਕਿਤੇ ਵੀ। ਇੱਦਾਂ ਹੀ ਇਨਸੂਲਿਨ ਜਿਹੜੀ ਸ਼ੂਗਰ ਹੈ ਸੈੱਲ ਦੇ ਅੰਦਰ ਕੋਈ ਸਟੋਰ ਦਾ ਕਰਨ ਦਾ ਸਮਰੱਥਾ ਨਹੀਂ ਹੈ। ਸੈੱਲ ਨੂੰ ਉਨੀ ਕੁ ਸ਼ੂਗਰ ਚਾਹੀਦੀ ਹੈ ਜਿੰਨੀ ਉਹ ਵਰਤ ਰਿਹਾ, ਨਾਲ ਦੀ ਨਾਲ ਹੋਰ ਚਾਹੀਦੀ ਹੈ ਜਦੋਂ ਵਰਤੀ ਗਈ। ਲੇਕਿਨ ਜੇ ਸੈੱਲ 'ਚ ਆਲਰੇਡੀ ਸ਼ੂਗਰ ਪਈ ਹੈ ਤਾਂ ਉਹ ਦਰਵਾਜ਼ਾ ਹੀ ਨਹੀਂ ਖੋਲ੍ਹਦਾ ਸੈੱਲ ਆਪਣਾ ਇਨਸੂਲਿਨ ਨੂੰ, ਤਾਂ ਇਨਸੂਲਿਨ ਨੂੰ ਬਾਹਰ ਕੱਢਣਾ ਪੈਂਦਾ। ਫਿਰ ਇਨਸੂਲਿਨ ਪਿੱਛੇ ਹੋਰ ਹੜ ਆ ਗਿਆ ਸ਼ੂਗਰ ਦਾ, ਫਿਰ ਇਨਸੂਲਿਨ ਹੋਰ ਆ ਜਾਂਦੀ ਹੈ। ਤਾਂ ਉਹ ਕੀ ਹੁੰਦਾ ਕਿ ਸਰੀਰ ਸੈੱਲ ਜਿਹੜੇ ਨੇ ਉਹ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਆਪਣਾ ਜਿਹੜਾ ਦਰਵਾਜ਼ਾ ਉਹ ਭੀੜਾ ਕਰ ਲੈਂਦੇ ਆ। ਉਹ ਕੋਈ ਬਿਮਾਰੀ ਨਹੀਂ ਹੈ, ਉਹ ਪ੍ਰੋਟੈਕਟਿਵ ਮੈਕੈਨਿਜ਼ਮ ਹੈ ਸੈੱਲ ਦਾ। ਕਿਉਂਕਿ ਤੁਸੀਂ ਸ਼ੂਗਰ ਦਾ ਹੜ ਲਿਆ ਰੱਖਿਆ ਹੈ ਸਰੀਰ 'ਚ, ਸਾਨੂੰ ਅਕਲ ਹੈ ਨਹੀਂ ਗੀ ਕਿ ਕਿੰਨੀ ਸ਼ੂਗਰ ਸਾਨੂੰ ਚਾਹੀਦੀ ਹੈ ਅਤੇ ਕਿੰਨੀ ਅਸੀਂ ਖਾ ਰਹੇ ਹਾਂ। ਅਸੀਂ ਸਿਰਫ ਜੀਭ ਦਾ ਸਵਾਦ ਦੇਖ ਕੇ ਦਰੜ ਸਾਰੀ ਚੀਜ਼ ਸਿੱਟੀ ਜਾਂਦੇ ਹਾਂ ਅੰਦਰ, ਇਹ ਸੋਚ ਕੇ ਵੀ ਸਾਡਾ ਪੇਟ ਕੋਈ ਜਿਵੇਂ ਡਸਟਬਿਨ ਹੁੰਦਾ ਕਿ ਪੇਟ ਦੇ ਵਿੱਚ ਹਰ ਚੀਜ਼ ਜਿਹੜੀ ਜਾਣੀ ਹੈ ਜਾਂ ਤਾਂ ਉਹ ਜ਼ਹਿਰ ਹੈ ਜਾਂ ਅੰਮ੍ਰਿਤ ਹੈ। ਜੇ ਤਾਂ ਸ਼ੂਗਰ ਲੋੜੀਂਦੀ ਮਾਤਰਾ ਜਾਏਗੀ ਤਾਂ ਅੰਮ੍ਰਿਤ ਹੈ, ਜੇ ਲੋੜੀਂਦੀ ਮਾਤਰਾ ਵੱਧ ਜਾਏਗੀ ਤਾਂ ਜ਼ਹਿਰ ਹੈ। ਉਹੀ ਚੀਜ਼ ਮਾਤਰਾ 'ਤੇ ਵੀ ਨਿਰਭਰ ਕਰਦੀ ਹੈ ਕਿ ਠੀਕ ਮਾਤਰਾ ਜਾ ਰਹੀ ਤਾਂ ਅੰਮ੍ਰਿਤ ਹੈ, ਉਹਨੇ ਸਾਨੂੰ ਊਰਜਾ ਦੇਣੀ ਹੈ, ਉਹਨੇ ਸਾਰੇ ਸਰੀਰ ਨੂੰ ਚਲਾਉਣਾ ਹੈ। ਅਤੇ ਜੇ ਵੱਧ ਮਾਤਰਾ 'ਚ ਤਾਂ ਜ਼ਹਿਰ ਹੈ, ਕਿਉਂਕਿ ਜਾ ਕੇ ਸੈੱਲ 'ਤੇ ਜਾ ਕੇ ਦਰਵਾਜ਼ਾ ਖੜਕਾਈ ਜਾਂਦੀ ਉਹਦਾ ਇਨਸੂਲਿਨ ਨੂੰ ਨਾਲ ਲੈ ਕੇ, ਇਨਸੂਲਿਨ ਦੇ ਮੋਢਿਆਂ ਚੜ੍ਹਦੀ ਹੈ ਅਤੇ ਜਾ ਕੇ ਸੈੱਲ ਦਾ ਦਰਵਾਜ਼ਾ ਖੜਕਾਈ ਜਾਂਦੀ ਵੀ ਖੋਲ੍ਹੋ। ਉਹ ਸੈੱਲ ਕਹਿੰਦਾ ਮੇਰੇ ਕੋਲ ਤਾਂ ਆਲਰੇਡੀ ਮੇਰੇ ਕੋਲ ਕੋਈ ਥਾਂ ਨਹੀਂ ਹੈ, ਤਾਂ ਸੈੱਲ ਉਦੋਂ ਖੋਲ੍ਹਦਾ ਦਰਵਾਜ਼ਾ ਜਦੋਂ ਉਹਨੂੰ ਲੋੜ ਹੁੰਦੀ ਹੈ। ਅਤੇ ਜਦੋਂ ਸੈੱਲ ਦਰਵਾਜ਼ਾ ਨਹੀਂ ਖੋਲ੍ਹਦਾ ਤਾਂ ਮਗਰ ਹੋਰ ਇਨਸੂਲਿਨ ਆਈ ਜਾਂਦੀ ਹੈ। ਉਧਰ ਜਦੋਂ ਸ਼ੂਗਰ ਜ਼ਿਆਦਾ ਆਉਂਦੀ ਹੈ ਤਾਂ ਪੈਂਕਰੀਆਸ ਨੂੰ ਮੈਸੇਜ ਆਉਂਦਾ ਵੀ ਇਨਸੂਲਿਨ ਹੋਰ ਬਣਾ, ਉਹ ਹੋਰ ਬਣਾਈ ਜਾਂਦਾ ਅਤੇ ਇਨਸੂਲਿਨ ਦਾ ਲੈਵਲ ਵਧੀ ਜਾਂਦਾ ਲਗਾਤਾਰ। ਅਲਟੀਮੇਟਲੀ ਦਿਸ ਇਜ਼ ਦਾ ਰੂਟ ਕਾਜ਼ ਆਫ ਵਟ ਇਜ਼ ਕਾਲਡ ਇਨਸੂਲਿਨ ਰੈਜ਼ਿਸਟੈਂਸ। ਹੁਣ ਇਨਸੂਲਿਨ ਰੈਜ਼ਿਸਟੈਂਸ ਹੋ ਗਈ, ਉਹਨੂੰ ਘੱਟ ਕਰਨ ਲਈ ਚਾਹੀਦਾ ਤਾਂ ਅਸੀਂ ਸ਼ੂਗਰ ਘੱਟ ਖਾਂਦੇ ਹੌਲੀ ਅਤੇ ਆਪਣੀ ਬਾਡੀ ਨੂੰ ਅਟਿਊਨਡ ਕਰਦੇ ਕਿ ਭਾਈ ਤੂੰ ਘੱਟ ਸ਼ੂਗਰ 'ਤੇ। ਅੱਛਾ, ਸ਼ੂਗਰ ਦੀ ਦੂਜਾ ਜਿਹੜਾ ਬਹੁਤ ਵੱਡਾ ਔਗਣ ਹੈ ਕਿ ਸ਼ੂਗਰ 'ਤੇ ਕੰਮ ਕਰਨ ਦਾ ਸਰੀਰ ਜਦੋਂ ਆਦੀ ਹੋ ਜਾਂਦਾ ਹਾਈ ਸ਼ੂਗਰ 'ਤੇ,
ਤਾਂ ਉਹ ਐਡਿਕਸ਼ਨ ਹੁੰਦੀ ਹੈ ਉਹਦੀ ਐਡਿਕਸ਼ਨ ਕਹਿੰਦੇ ਫੀਮ ਵਰਗੀ ਹੁੰਦੀ ਹੈ। ਇਹ ਕਿਤਾਬਾਂ 'ਚ ਲਿਖਿਆ ਹੋਇਆ ਕਿ ਸ਼ੂਗਰ ਇਜ਼ ਐਜ਼ ਐਡਿਕਟਿੰਗ ਐਜ਼ ਓਪੀਅਮ। ਜਿੱਦਾਂ ਫੀਮ ਖਾ ਕੇ ਤੁਹਾਨੂੰ ਇੱਕ ਵਾਰੀ ਬੰਦੇ ਨੂੰ ਲੱਗਦਾ ਬੱਲੇ ਬੱਲੇ ਵਾਹ ਕਿਆ ਬਾਤ ਹੈ, ਇੱਦਾਂ ਹੀ ਹਾਈ ਸ਼ੂਗਰ ਜਦੋਂ ਹੁੰਦੀ ਹੈ ਸਰੀਰ 'ਚ ਤਾਂ ਤੁਹਾਡੇ ਅੰਦਰੋਂ ਵਾਹ ਦਾ ਮੈਸੇਜ ਨਿਕਲਦਾ, ਬੰਦਾ ਇੱਕਦਮ ਹਾਈ ਹੁੰਦਾ। ਤਾਂ ਹੀ ਅਸੀਂ ਕੋਲਡ ਡਰਿੰਕ ਪੀਂਦੇ ਹਾਂ ਤਾਂ ਸਾਨੂੰ ਕੀ ਲੱਗਦਾ ਵੀ ਇੱਕਦਮ ਜਾਨ ਜੀ ਆ ਗਈ। ਕੁਛ ਨਹੀਂ, ਚੀਨੀ ਹੈ, ਤੁਸੀਂ ਆਪਣੇ ਸਵਾਦ 'ਚ ਪੀ ਗਏ। ਜਦੋਂ ਸ਼ੂਗਰ ਤੁਹਾਡੀ 200 ਕ੍ਰਾਸ ਕਰਦੀ ਤਾਂ ਤੁਹਾਨੂੰ ਸਰੀਰ ਇਹ ਮੈਸੇਜ ਦੇਗਾ ਕਿ ਵਾਹ ਕਿਆ ਬਾਤ ਹੈ, ਵੀ ਇਹ ਲਿਆ ਹੋਰ ਲਿਆ। ਇਹ ਐਡਿਕਸ਼ਨ ਹੈ। ਅਤੇ ਇਹ ਸਾਰੀਆਂ ਕੰਪਲੀਕੇਟਡ ਕੰਪਲੀਕੇਸ਼ਨ ਕਿੱਥੋਂ ਹੁੰਦੀ ਹੈ? ਜਦੋਂ ਸਾਨੂੰ ਬੇਅਕਲੀ ਕਰਕੇ ਸਾਨੂੰ ਕੋਈ ਸਮਝ ਹੈ ਨਹੀਂ ਗੀ, ਅਸੀਂ ਸ਼ੂਗਰ ਜਿਹੜਾ ਦਰੜ ਖਾਈ ਜਾਂਦੇ ਸ਼ੂਗਰ ਵਾਲੇ ਫੂਡ, ਤਾਂ ਉਹਦੇ ਨਾਲ ਕੀ ਹੁੰਦਾ, ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਹੈ। ਇਨਸੂਲਿਨ ਰੈਜ਼ਿਸਟੈਂਸ ਤੋੜਨ ਲਈ ਚਾਹੀਦਾ ਤਾਂ ਇਹ ਸੀ ਵੀ ਅਸੀਂ ਖਾਣੇ ਪੀਣੇ ਘੱਟ ਕਰਦੇ, ਕੋਈ ਵਰਜਿਸ਼ ਵਰਤੋਂ ਵਾਲਾ ਕੰਮ ਕਰਦੇ, ਸ਼ੂਗਰ ਵਰਤੀ। ਜਦੋਂ ਸ਼ੂਗਰ ਵਰਤੋ, ਪੱਠਿਆਂ ਨੂੰ ਲਾਓ, ਲੱਤਾਂ ਬਾਂਹ ਕਰੋ, ਵਰਜਿਸ਼ ਕਰੋ, ਵੇਟ ਲਿਫਟਿੰਗ ਕਰੋ, ਜਿੰਮ ਜਾਓ, ਉਹ ਸ਼ੂਗਰ ਵਰਤੀ ਜਾਏਗੀ ਫਟਾਫਟ, ਫਿਰ ਉਹ ਸਰੀਰ ਹੋਰ ਲਿਆਊਗਾ। ਜਾਂ ਫਿਰ ਸ਼ੂਗਰ ਘਟਾ ਦਿਓ, ਪਿੱਛੋਂ ਭਾਈ ਸਪਲਾਈ ਘਟਾ ਦਿਓ। ਦੋ ਹੀ ਚੀਜ਼ਾਂ ਨੇ। ਬੈਂਕ ਦੇ ਵਿੱਚ ਜਾਂ ਤਾਂ ਜਮ੍ਹਾਂ ਕਰਾਉਣਾ ਬੰਦ ਕਰ ਦਿਓ ਜਾਂ ਖਰਚਾ ਕਰਨਾ ਵਧਾ ਦਿਓ, ਤਾਂ ਹੀ ਬੈਂਕ ਦਾ ਬੈਲੈਂਸ ਉਨਾ ਹੀ ਰਹੂਗਾ, ਨਹੀਂ ਤਾਂ ਬੈਂਕ ਦਾ ਬੈਲੈਂਸ ਵੱਧ ਜਾਏਗਾ। ਤੋ ਜੇ ਇਹ ਹਾਲ ਹੁੰਦਾ ਹੈ ਕਿ ਨਾ ਤਾਂ ਅਸੀਂ ਵਰਤਦੇ ਹਾਂ, ਵਰਤਣ ਵਾਲੇ ਸਾਡਾ ਲਾਈਫ ਸਟਾਈਲ ਹੀ ਨਹੀਂ ਰਿਹਾ। ਪੁਰਾਣੇ ਬੰਦਿਆਂ ਦਾ ਹੁਣ ਜਿਸ ਸੱਭਿਅਤਾ ਨੂੰ ਅਸੀਂ ਬਿਲੋਂਗ ਕਰਦੇ ਹਾਂ, ਉਸ ਸੱਭਿਅਤਾ ਦੇ ਵਿੱਚ ਅੱਜ ਤੋਂ 50 ਸਾਲ ਪਹਿਲਾਂ 18 ਕਿਲੋਮੀਟਰ ਦੀ ਵਾਕ ਇੱਕ ਐਵਰੇਜ ਵਿਅਕਤੀ ਦੀ ਸੀ। ਵਾਕ ਇਕੱਲੀ, ਬਾਕੀ ਕੰਮ ਹੋਰ ਅਲੱਗ ਸੀਗੇ, ਵੀ ਜ਼ੋਰ ਵਾਲੇ ਕੰਮ ਸੀਗੇ। ਪੱਠੇ ਲਿਆਉਣੇ ਆ, ਪੱਠੇ ਕੱਟਣੇ ਆ, ਚੋਖਾ 'ਚ ਗੇੜਨਾ, ਚੱਕੀ ਗੇੜਨੀ ਹੈ, ਕਈ ਨੇ ਹਰ ਕੰਮ ਜਿਹੜਾ ਸੀਗਾ ਉਹ ਮੁਸ਼ੱਕਤ ਵਾਲਾ ਸੀਗਾ। ਤਾਂ ਅੱਜ ਉਹ ਕੰਮ ਹੈ ਨਹੀਂ ਗੇ। ਸੋ ਨਾ ਤਾਂ ਵਰਤੋਂ ਹੋ ਰਹੀ ਹੈ ਅਤੇ ਨਾ ਅਸੀਂ ਟਲ ਰਹੇ ਹਾਂ ਘੱਟ ਖਾਣ 'ਚ ਟਲਦੇ ਹਾਂ। ਤਾਂ ਉਹਦਾ ਨੈਟ ਰਿਜ਼ਲਟ ਕੀ ਹੁੰਦਾ ਕਿ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਹੈ। ਇਨਸੂਲਿਨ ਰੈਜ਼ਿਸਟੈਂਸ ਹੋ ਗਈ, ਤੁਸੀਂ ਜਿਵੇਂ ਕਿਹਾ ਕਿ ਇਨਸੂਲਿਨ ਜਿੱਥੇ ਇਹ ਨੁਕਸਾਨ ਕਰਦੀ ਹੈ ਸਰੀਰ ਨੂੰ, ਉੱਥੇ ਨਾਲ ਦੀ ਨਾਲ ਗਰੋਥ ਫੈਕਟਰ ਆ, ਉਹ ਗਰੋਥ ਫੈਕਟਰ ਹੈ ਤਾਂ ਫਿਰ ਉਹ ਤੁਹਾਨੂੰ ਉਹਦਾ ਗਰੋਥ ਫੈਕਟਰ ਆਪਣਾ ਚੰਨ ਚੜਾਏਗਾ। ਕਿਤੇ ਹਰੇਕ ਚੀਜ਼ ਨੂੰ ਵਧਾ ਦੇਗਾ, ਵੱਡੀ ਕਰ ਦੇਗਾ, ਵੱਡੀ ਕਰ ਦੇਗਾ, ਤੁਹਾਡਾ ਮੋਟਾਪਾ ਕਰੇਗਾ, ਤੁਹਾਡੀਆਂ ਹੱਡੀਆਂ ਮੋਟੀਆਂ ਕਰ ਦੇਗਾ, ਤੁਹਾਡਾ ਚਿਹਰਾ ਗੋਲ ਮਟੋਲ ਜਿਹਾ ਹੋ ਜਾਏਗਾ, ਤੁਹਾਡੇ ਅੰਦਰ ਟਿਊਮਰ ਬਣਨੇ ਸ਼ੁਰੂ ਹੋ ਜਾਣਗੇ, ਗਿਲਟੀਆਂ ਬਣਨੀਆਂ ਸ਼ੁਰੂ ਹੋ ਜਾਣਗੀਆਂ, ਫਿਰ ਉਹ ਟਿਊਮਰ ਬਣ ਜਾਏਗਾ ਅਲਟੀਮੇਟਲੀ। ਤਾਂ ਇਹ ਸਾਰਾ ਕੁਝ ਜਿਹੜਾ ਕਿਤੇ ਨਾ ਕਿਤੇ ਜਗ੍ਹਾ 'ਤੇ ਹੋ ਜਾਏਗਾ। ਜੇ ਲੇਡੀਜ਼ ਹੈ ਤਾਂ ਬ੍ਰੈਸਟ 'ਤੇ, ਬੈਕ 'ਤੇ, ਕਮਰ 'ਤੇ, ਸਾਰੇ ਪਾਸੇ ਮਾਸ ਆ ਜਾਏਗਾ। ਹਾਂ, ਤਾਂ ਸਾਰਾ ਕੰਮ ਜਿਹੜਾ ਕਿੱਥੋਂ ਸ਼ੁਰੂ ਹੁੰਦਾ? ਇਨਸੂਲਿਨ ਦੀ ਓਵਰ ਕੰਜ਼ੰਪਸ਼ਨ ਤੋਂ। ਇਨਸੂਲਿਨ ਦੀ ਓਵਰ ਕੰਜ਼ੰਪਸ਼ਨ, ਘੱਟ ਓਵਰ ਵਰਤੋਂ ਅਤੇ ਘੱਟ ਕੰਜ਼ੰਪਸ਼ਨ ਹੋ ਰਹੀ, ਵਰਤੋਂ ਜ਼ਿਆਦਾ ਹੋ ਰਹੀ ਹੈ। ਔਰ ਇਨਸੂਲਿਨ ਜਿਹੜੀ ਸ਼ੂਗਰ ਜਿਹੜੀ ਫਟਾਫਟ ਆ ਰਹੀ ਹੈ, ਉਹ ਇਨਸੂਲਿਨ ਨੂੰ ਵੀ ਵਧਾ ਰਹੀ ਹੈ। ਹੁਣ ਆਪਾਂ ਜਿਹੜੀ ਗੱਲ ਜਿੱਥੋਂ ਸ਼ੁਰੂ ਕੀਤੀ ਸੀ, ਵਾਪਸ ਆਈਏ ਉੱਥੇ ਕਿ ਜਦੋਂ ਸਰੀਰ ਇਹ ਸਾਰੇ ਮੈਕੈਨਿਜ਼ਮ ਪਿਆ ਹੋਇਆ ਤਾਂ ਅਸੀਂ ਜਿਹੜੀਆਂ ਗੋਲੀਆਂ ਕਿ ਦਿੰਦੇ ਹਾਂ, ਹੁਣ ਦੋ ਤਰ੍ਹਾਂ ਦੀਆਂ ਗੋਲੀਆਂ ਨੇ। ਮੈਟਫੋਰਮਿਨ ਜਿਹੜੀ ਹੈ ਉਹ ਸਰੀਰ ਨੂੰ ਕੈਮੀਕਲੀ ਸਟਿਮੂਲੇਟ ਕਰਦੀ ਹੈ ਕਿ ਤੂੰ ਵਰਤ ਹੋਰ ਸ਼ੂਗਰ ਵਰਤੇਗਾ ਤਾਂ ਪਤਾ ਨਹੀਂ ਕਿੱਥੇ ਵਰਤੇਗਾ, ਉਹ ਵਰਤਣ ਲਈ ਮਜਬੂਰ ਕਰ ਰਹੀ ਹੈ। ਉਹਨੂੰ ਫੈਟ ਵੀ ਬਣਾ ਸਕਦਾ, ਉਹਦੇ ਤੁਹਾਡੀਆਂ ਹੱਡੀਆਂ ਵੀ ਜ਼ਿਆਦਾ ਵਧਾ ਸਕਦਾ, ਕੁਛ ਵੀ ਕਰ ਸਕਦਾ, ਕਿਉਂਕਿ ਕੈਮੀਕਲ ਆ। ਉਹਨੂੰ ਅਕਲ ਤਾਂ ਹੈ ਨਹੀਂ, ਕੈਮੀਕਲ ਨੂੰ ਥੋੜ੍ਹਾ ਅਕਲ ਹੋਊਗੀ। ਸਰੀਰ ਦੇ ਆਪਣੇ ਮੈਕੈਨਿਜ਼ਮ ਅਕਲ ਆ ਵੀ ਮੈਂ ਕਿਵੇਂ ਵਰਤਣਾ, ਉਹ ਵੀ ਅਸੀਂ ਆਪਣੀ ਬੇਅਕਲੀ ਕਰਕੇ ਉਹਦੀ ਸਰੀਰ ਦੀ ਅਕਲ ਵੀ ਖਰਾਬ ਕਰਤੀ। ਅਤੇ ਦੂਜਾ ਆਪਾਂ ਕੰਮ ਕਰਤਾ ਕਿ ਕੈਮੀਕਲ ਦੇ ਰਹੇ ਹਾਂ। ਕੁਛ ਦਵਾਈਆਂ ਇਹੋ ਜਿਹੀਆਂ ਗਲਿਮੀਪ੍ਰਾਈਡ ਵਰਗੀਆਂ ਜਿਹੜੀਆਂ ਪੈਂਕਰੀਆਸ ਨੂੰ ਸਟਿਮੂਲੇਟ ਕਰਦੀਆਂ ਨੇ ਵੀ ਹੋਰ ਕਰ। ਪਹਿਲਾਂ ਇਨਸੂਲਿਨ ਜ਼ਿਆਦਾ ਹੈ, ਉਹਨੂੰ ਕਹਿੰਦੇ ਹੋਰ ਕਰੇਗਾ ਤਾਂ ਹੋਰ ਇਨਸੂਲਿਨ ਰੈਜ਼ਿਸਟੈਂਸ ਹੋ ਜਾਏਗੀ। ਸੋ ਵਿਸ਼ੀਅਸ ਸਰਕਲ। ਤਾਂ ਨੈਟ ਰਿਜ਼ਲਟ ਕੀ ਹੋਏਗਾ? ਨੈਟ ਰਿਜ਼ਲਟ ਹੋਏਗਾ ਕਿ ਜਿੰਨੀਆਂ ਗੋਲੀਆਂ ਖਾਈ ਜਾਓਗੇ ਉਹਨੇ ਉਲਝੀ ਜਾਓਗੇ। ਰੀਡਿੰਗ ਤੁਹਾਡੀ ਠੀਕ ਹੈ, ਤੁਸੀਂ ਕੰਟਰੋਲ ਕਰ ਲਓਗੇ, ਲੇਕਿਨ ਰੀਡਿੰਗ ਕੰਟਰੋਲ ਕਰਨ ਦਾ ਕੋਈ ਫਾਇਦਾ ਨਹੀਂ। ਉਹਦੇ ਜਿਹੜੇ ਕੰਸੀਕੁਐਂਸਿਸ ਨੇ, ਉਹਦੇ ਸਿੱਟੇ ਨੇ, ਜਿਹੜੇ ਦੁਰਪ੍ਰਭਾਵ ਨੇ ਹਾਈ ਸ਼ੂਗਰ ਦੇ ਅਤੇ ਹਾਈ ਇਨਸੂਲਿਨ ਦੇ, ਦੋ ਜੋੜੀ ਜਿਹੜੀ ਹੈ, ਇਹ ਜੋੜੀ ਬੜੀ ਗੰਦੀ ਹੈ। ਹਾਈ ਇਨਸੂਲਿਨ ਅਤੇ ਹਾਈ ਸ਼ੂਗਰ ਅਤੇ ਹਾਈ ਇਨਸੂਲਿਨ ਦੀ ਜੋੜੀ ਬਹੁਤ ਭੈੜੀ ਹੈ, ਅਤੇ ਦੋਨੋਂ ਰਲ ਕੇ ਫਿਰ ਤਬਾਹੀ ਮਚਾਉਂਦੇ ਨੇ। ਇਹਨੂੰ ਤਾਂ ਤੁਸੀਂ ਕਿਸੇ ਡੀਲ ਹੀ ਨਹੀਂ ਕਰ ਰਹੇ, ਤੁਸੀਂ ਦਵਾਈਆਂ ਰਾਹੀਂ ਵੀ ਉਹੀ ਕੰਮ ਕਰੀ ਜਾ ਰਹੇ ਹੋ ਜੋ ਤੁਸੀਂ ਉੱਦਾਂ ਹੋ ਰਿਹਾ ਸੀਗਾ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਹੈ ਉਹ ਇਹ ਸਟੱਡੀਜ਼ ਹੋ ਗਈਆਂ ਕਿ ਗੋਲੀਆਂ ਖਾਣ ਦੇ ਬਾਵਜੂਦ, ਟੀਕੇ ਲਵਾਉਣ ਦੇ ਬਾਵਜੂਦ ਸ਼ੂਗਰ ਦਾ ਮਰੀਜ਼ ਨਾ ਤਾਂ ਉਹਦੀ ਲੌਂਗੇਵਿਟੀ ਆਫ ਲਾਈਫ ਵੱਧਦੀ ਹੈ, ਨਾ ਉਹਦੀ ਉਮਰ ਵੱਧਦੀ ਹੈ ਦਵਾਈਆਂ ਕਰਕੇ, ਅਤੇ ਨਾ ਉਹ ਕੋਈ ਹੈਲਦੀ ਰਹਿੰਦਾ। ਤੁਸੀਂ ਪਾਓਗੇ ਕਿ ਸ਼ੂਗਰ ਵਾਲੇ ਮਰੀਜ਼ ਸਾਰੇ ਬਿਮਾਰ ਹੀ ਹੁੰਦੇ ਆ। ਠੀਕ ਆ, ਉਹਦਾ ਡੰਗ ਟਪਾਈ ਹੋ ਰਹੀ ਹੈ, ਉਹਨਾਂ ਦੀ ਰੀਡਿੰਗ ਜੀ ਲੈ ਕੇ ਤੁਰੇ, ਮੈਂ ਡੰਗ ਟਪਾਈ ਜੀ ਕਰ ਰਹੇ ਹਾਂ, ਆਪਣਾ ਜਿਹਨੂੰ ਕਹਿੰਦੇ ਜ਼ਿੰਦਗੀ ਘੜੀਸ ਰਹੇ ਹਾਂ,
ਐਕਟਿਵ ਜਾਂ ਨਹੀਂ ਨਜ਼ਰ ਆਉਂਦਾ ਸ਼ੂਗਰ ਵਾਲਾ ਮਰੀਜ਼? ਕਦੀ ਨਹੀਂ ਹੋਏਗਾ, ਕਦੀ ਤੰਦਰੁਸਤ ਨਹੀਂ ਹੋਏਗਾ। ਨਾ ਉਹਦੇ ਚਿਹਰੇ ਤੇ ਗਲੋ ਹੈ, ਨਾ ਉਹ 'ਚ ਐਕਟੀਵਿਟੀ ਹੈ, ਨਾ ਉਹਦੀ ਫੁਰਤੀ ਹੈ, ਨਾ ਉਹਦੇ 'ਚ ਦਿਮਾਗੀ ਚੁਸਤੀ ਹੈ। ਸੋ ਸਾਰਾ ਕੁਝ ਉਹਦੇ 'ਚ ਮਿਸਿੰਗ ਹੁੰਦਾ। ਨਾ ਤਾਂ ਉਹਦੀ ਕੁਆਲਿਟੀ ਆਫ ਲਾਈਫ ਇੰਪਰੂਵ ਕਰਦੀਆਂ ਦਵਾਈਆਂ ਹੈ, ਅਤੇ ਨਾ ਉਹਦੀ ਲੌਂਗੇਵਿਟੀ ਆਫ ਲਾਈਫ ਵਧਾਉਂਦੀਆਂ ਨੇ। ਸਿਰਫ ਰੀਡਿੰਗ ਨੂੰ ਕੰਟਰੋਲ ਕਰ ਲੈਂਦੀਆਂ, ਅਤੇ ਬੰਦੇ ਨੂੰ ਧੋਖਾ ਹੋ ਜਾਂਦਾ ਬੰਦੇ ਨਾਲ। ਬੰਦਾ ਸਮਝਦਾ ਵੇਲਾ ਮੇਰੀ ਤਾਂ ਸ਼ੂਗਰ ਠੀਕ ਹੈ, ਜਾਂ ਫਿਰ ਮੈਂ ਖਾ ਲੈਣਾ, ਚੱਲ ਗੋਲੀ ਖਾ ਲਾਂਗਾ ਸ਼ੂਗਰ ਦੀ ਬਾਅਦ 'ਚ। ਹਾਂ, ਗੋਲੀ ਵੀ ਖਾਈ ਜਾਂਦੇ ਅਤੇ ਨਾਲ ਮਿੱਠਾ ਵੀ ਖਾਈ ਜਾਂਦੇ ਆ, ਮਿੱਠਾ ਵੀ ਖਾਈ ਜਾਂਦੇ ਆ। ਸੇ ਤਾਂ ਉਹ ਖਾਣੇ ਬਦਲਦੇ ਨਹੀਂ ਹੈ, ਨਾ ਲਾਈਫ ਸਟਾਈਲ ਬਦਲਦੇ ਆ, ਨਾ ਖਾਣੇ ਬਦਲਦੇ ਆ, ਕੁਝ ਵੀ ਨਹੀਂ ਬਦਲਦੇ। ਅਤੇ ਉਹ ਐਸੀਆਂ ਗੰਦੀਆਂ ਆਦਤਾਂ ਪਾ ਲਈਆਂ ਅਸੀਂ ਵੀ ਬੈਠੇ ਦੀ ਜਗ੍ਹਾ ਤੱਕ ਮੂੰਹ ਚਲਾਈ ਜਾਂਦੇ ਆ। ਕੋਈ ਚਿਪਸ ਖਾਈ ਜਾ ਰਿਹਾ, ਕੋਈ ਕੁਰਕਰੇ ਖਾਈ ਜਾ ਰਿਹਾ, ਕੋਈ ਨਮਕੀਨ ਖਾਈ ਜਾ ਰਿਹਾ, ਕੋਈ ਮਿੱਠਾ ਖਾਈ ਜਾ ਰਿਹਾ, ਸਾਰਾ ਦਿਨ ਮੂੰਹ ਚੱਲਦਾ ਰਹਿੰਦਾ। ਉਹ ਜਿਹੜਾ ਮੂੰਹ ਚਲਾਉਂਦੇ ਅਸੀਂ ਲਗਾਤਾਰ ਜਿਹੜਾ, ਉਹ ਕਿਤੇ ਨਾ ਕਿਤੇ ਸਾਡਾ ਦੁਸ਼ਮਣ ਬਣ ਜਾਂਦਾ। ਤਾਂ ਇਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਇਹਦੇ 'ਚ ਸਾਨੂੰ ਫਿਰ ਅਲਟੀਮੇਟਲੀ ਜਦੋਂ ਸਾਡੇ ਕੋਲ ਮਰੀਜ਼ ਆਉਂਦਾ ਤਾਂ ਉਹ 1-2 ਦਵਾਈਆਂ ਤੋਂ ਲੈ ਕੇ 5-5 7-7 ਦਵਾਈਆਂ ਸ਼ੂਗਰ ਦੀਆਂ, ਅਤੇ ਉਹਦੇ ਨਾਲ ਫਿਰ ਜਦੋਂ ਸ਼ੂਗਰ ਸ਼ੁਰੂ ਹੋ ਜਾਂਦੀ ਹੈ ਫਿਰ BP ਦੀਆਂ, ਅਤੇ ਫਿਰ ਕੋਲੈਸਟਰੋਲ ਵੀ ਵੱਧ ਗਿਆ ਉਹਦੀ ਵੀ ਦਵਾਈ, ਫਿਰ ਹਾਰਟ ਦੀ ਪ੍ਰੋਬਲਮ ਸ਼ੁਰੂ ਹੋ ਗਈ ਉਹਦੀ ਵੀ ਦਵਾਈ, ਫਿਰ ਜੋੜ ਦੁਖਣ ਲੱਗ ਗਏ ਉਹਦੀਆਂ ਵੀ ਦਵਾਈਆਂ। ਤਾਂ ਉਹ ਲੰਬੀ ਸਾਰੀ ਲਿਸਟ ਦਵਾਈਆਂ ਦੀ ਹੁੰਦੀ ਹੈ, ਅਤੇ ਮਲਟੀਪਲ ਬਿਮਾਰੀਆਂ ਅਤੇ ਮਲਟੀਪਲ ਦਵਾਈਆਂ। ਇੱਥੇ ਸਾਨੂੰ ਆ ਕੇ ਜਿਹੜੀ ਬੜੀ ਸਮੱਸਿਆ ਆਉਂਦੀ ਹੈ ਕਿ ਆਪਾਂ ਟੇਪਰ ਆਫ ਕਿਵੇਂ ਕਰੀਏ। ਹੁਣ ਆਪਾਂ ਆਈਏ ਟੇਪਰ ਆਫ 'ਤੇ, ਜਿਹਦਾ ਆਪਣਾ ਫੋਕਸ ਅੱਜ ਦੀ ਵੀਡੀਓ ਦਾ, ਕਿ ਸ਼ੂਗਰ ਦੀਆਂ ਦਵਾਈਆਂ ਨੂੰ ਛੱਡਣਾ ਕਿੱਦਾਂ। ਆਪਾਂ ਹੁਣ ਤਾਂ ਗੱਲ ਕੀਤੀ ਹੈ ਕਿ ਛੱਡਣਾ ਕਿਉਂ ਜ਼ਰੂਰੀ ਹੈ। ਜ਼ਰੂਰੀ ਹੈ ਛੱਡਣਾ ਉਹਨਾਂ ਨੂੰ, ਕਿਉਂਕਿ ਉਹਦੇ ਬਿਨਾਂ ਨਾ ਤਾਂ ਤੰਦਰੁਸਤੀ ਹੋ ਸਕਦੀ ਹੈ, ਨਾ ਉਮਰ ਵੱਧ ਸਕਦੀ ਹੈ, ਨਾ ਸਾਡੇ ਉਹਦੀਆਂ ਕੰਪਲੀਕੇਸ਼ਨ ਜਿਹੜੀਆਂ ਹੋ ਰਹੀਆਂ ਨੇ ਸ਼ੂਗਰ ਦੀਆਂ ਉਹਨੂੰ ਰੋਕਿਆ ਜਾ ਸਕਦਾ। ਸ਼ੂਗਰ ਜਿਹੜੀ ਹੈ ਬਿਨਾਂ ਦਵਾਈਆਂ 'ਤੇ ਜਦੋਂ ਠੀਕ ਹੋ ਜਾਏਗੀ, ਰੀਡਿੰਗ ਠੀਕ ਰੱਖ ਜਾਏ, ਉਹ ਅਸਲੀ ਠੀਕ ਹੈ। ਉਹਦੇ ਨਾਲ ਫਿਰ ਸਾਰਾ ਕੁਛ ਅੰਦਰਲੀ ਜਿਹੜੀ ਕੰਮ ਫਿਜ਼ੀਓਲੋਜੀ ਹੈ, ਅੰਦਰਲਾ ਸਾਰਾ ਮੈਕੈਨਿਜ਼ਮ ਹੈ, ਉਹ ਫਿਰ ਆਪਣੀ ਲਾਈਨ 'ਤੇ ਆ ਜਾਂਦਾ, ਤੰਦਰੁਸਤ ਹੋ ਜਾਂਦਾ। ਤਾਂ ਆਪਾਂ ਦਵਾਈਆਂ ਛਡਾਉਣੀਆਂ ਕਿੱਦਾਂ ਨੇ? ਹੁਣ ਇਹਨਾਂ ਨੇ ਸ਼ੂਗਰ ਰੱਖਤੀ 100, 90, 110 ਇੱਥੇ, ਜੇ ਤੋਂ ਵੱਧ ਹੋਵੇ ਤਾਂ ਇਹਦਾ ਮਤਲਬ ਸ਼ੂਗਰ ਦਾ ਮਰੀਜ਼ ਆ। ਉਹਨੂੰ ਮਰੀਜ਼ ਨੂੰ ਇਹੀ ਕਹਿੰਦੇ ਵੀ ਇੱਥੇ ਰੱਖਣੀ ਹੈ ਦਵਾਈ। ਹੁਣ ਜੇ ਇੱਥੇ ਰੱਖੋਗੇ ਤਾਂ ਤੁਸੀਂ ਦਵਾਈ ਕਦੀ ਵੀ ਨਹੀਂ ਛੱਡ ਸਕਦੇ। ਕਿਉਂ? ਕਿਉਂਕਿ ਇਸ ਤੋਂ ਥੱਲੇ ਜਦੋਂ ਜਾਂਦੀ ਹੈ ਤਾਂ ਉਹ ਸਰੀਰ ਦੇ ਸਰਵਾਈਵਲ ਦਾ ਮਸਲਾ ਹੈ, ਕਿਉਂਕਿ ਉਸ ਤੋਂ ਥੱਲੇ ਤਾਂ ਸਰੀਰ ਦੇ ਸਰਵਾਈਵਲ ਨੂੰ ਖਤਰਾ ਪੈ ਜਾਂਦਾ। ਮੰਨ ਲਓ 80 'ਤੇ ਜਾਣ ਲੱਗੀ, 70 'ਤੇ ਜਾਣ ਲੱਗੀ, ਤਾਂ ਸਰੀਰ ਨੂੰ ਭੱਜਣਾ ਪੈ ਜਾਂਦੀਆਂ ਨੇ ਵੀ ਸ਼ੂਗਰ ਘਟ ਰਹੀ ਹੈ ਅਤੇ ਹੁਣ ਕਿਵੇਂ ਕੰਮ ਚੱਲੇਗਾ। ਅਲਾਰਮ ਬੋਲ ਜਾਂਦੇ ਅੰਦਰ, ਤਾਂ ਉਹ ਸ਼ੂਗਰ ਉਹ ਫਿਰ ਸਰੀਰ ਜਿਹੜਾ ਸ਼ੂਗਰ ਨੂੰ ਵਧਾਉਣਾ ਸ਼ੁਰੂ ਕਰ ਦਿੰਦਾ। ਇਹਦਾ ਮਤਲਬ ਤੁਸੀਂ ਵਿਸ਼ੇ ਸਰਕਲ ਕ੍ਰੀਏਟ ਕਰ ਲਿਆ ਆਪ ਹੀ, ਕਿ ਹੁਣ ਤੁਸੀਂ ਛੱਡ ਨਹੀਂ ਸਕੋਗੇ। ਸੋ ਇਸ ਕਰਕੇ ਜਿਹੜੇ ਸਾਇੰਟਿਸਟਾਂ ਨੇ ਸਟੱਡੀਜ਼ ਕੀਤੀਆਂ, ਉਹਨਾਂ ਨੇ ਅਲਟੀਮੇਟਲੀ ਸਟੱਡੀਜ਼ ਕਰਕੇ ਸਿੱਟਾ ਕੱਢਿਆ ਕਿ ਸ਼ੂਗਰ ਜਿਹੜੀ ਹੈ ਫਾਸਟਿੰਗ 150 ਅਤੇ PP 250 ਅਗਰ ਇੱਥੋਂ ਤੱਕ ਰਹਿੰਦੀ ਹੈ ਤਾਂ ਦਵਾਈ ਨਹੀਂ ਖਾਣੀ। ਇਹ ਗੱਲ ਜਿਹੜੀ ਹੈ, ਹੁਣ ਇਹ ਖੋਜਾਂ ਦੀਆਂ ਗੱਲਾਂ ਜਿਹੜੀਆਂ ਨੇ ਇਹ ਡਾਕਟਰ ਨਹੀਂ ਦੱਸਦੇ। ਕਿਉਂ ਨਹੀਂ ਦੱਸਦੇ? ਉਹ ਆਪਾਂ ਨੂੰ ਬੜਾ ਸਪਸ਼ਟ ਹੈ ਕਿ ਕਿਉਂ ਨਹੀਂ ਦੱਸਦੇ। ਮੈਡੀਕਲ ਜਰਨਲ ਦੇ ਵਿੱਚ, ਹਾਂ, ਜਰਨਲ 'ਚ ਆ ਚੁੱਕੀਆਂ ਗੱਲਾਂ ਸਾਰੀਆਂ ਇਹ, ਕਿ 150 ਫਾਸਟਿੰਗ ਅਤੇ 250 PP ਰੱਖ ਲਈਏ ਤਾਂ ਵੀ ਰੈਂਡਮ ਨਹੀਂ, PP ਹੁੰਦੀ 2 ਘੰਟੇ ਬਾਅਦ ਐਗਜ਼ੈਕਟ, ਰੈਂਡਮ ਤਾਂ ਹੁੰਦੀ ਜਦੋਂ ਮਰਜ਼ੀ ਕਰਾ ਲਓ। ਤਾਂ PP ਦਾ ਮਤਲਬ 2 ਘੰਟੇ ਬਾਅਦ ਹੈ। 2 ਘੰਟੇ ਬਾਅਦ ਕਰਾਵਾਂਗੇ ਤਾਂ 250, ਅਤੇ ਜੇ ਖਾਲੀ ਪੇਟ ਕਰਾਵਾਂਗੇ ਤਾਂ 150। ਇਸ ਤੋਂ ਥੱਲੇ ਨਹੀਂ ਰਹਿਣ ਦੇਣੀ। ਜੇ ਇਸ ਤੋਂ ਥੱਲੇ ਜਾ ਰਹੀ ਹੈ ਤਾਂ ਗੋਲੀ ਘਟਾ ਦੇਣੀ ਹੈ। ਇੱਥੇ ਆ ਕੇ ਫਿਰ ਗੋਲੀ ਘਟਦੀ ਹੈ, ਔਰ ਬਹੁਤ ਤੇਜ਼ੀ ਨਾਲ ਘਟਦੀਆਂ ਗੋਲੀਆਂ। ਔਰ ਜਦੋਂ ਨਾਲ ਡਾਈਟ ਠੀਕ ਕਰ ਲੈਂਦੇ ਹਾਂ, ਖਾਣਾ ਪੀਣਾ ਠੀਕ ਕਰ ਦਿੰਦੇ ਹਾਂ, ਹੋਰ ਸਾਰੀਆਂ ਗੱਲਾਂ ਹੋਰ ਜਿਹੜੀਆਂ ਮਰੀਜ਼ ਨੂੰ ਐਕਸਰਸਾਈਜ਼ ਕਰਨ ਲਾ ਦਿੰਦੇ ਹਾਂ, ਕੋਈ ਸਟਰੈਚਿੰਗ ਕਰਨ ਲਾ ਦਿੰਦੇ ਹਾਂ, ਉਹਨੂੰ ਕਹਿੰਦੇ ਧੁੱਪੇ ਜਾਇਆ ਕਰ, ਕੋਈ ਹੋਰ ਜਿਹੜੀਆਂ ਸਰੀਰ ਨੂੰ ਹੈਲਦੀ ਰੱਖਣ ਦੀਆਂ ਚੀਜ਼ਾਂ ਨੇ ਸਾਰੀਆਂ ਦਿੰਦੇ ਹਾਂ। ਅਤੇ ਨਾਲ ਜਦੋਂ ਗੋਲੀ ਅਸੀਂ 150 250 ਰੱਖ ਕੇ ਟੇਪਰ ਕਰਦੇ ਹਾਂ, ਤਾਂ ਮਤਲਬ ਸਾਡੇ ਕੋਲ ਘੱਟੋ ਘੱਟ ਅੱਧੋਂ ਵੱਧ ਮਰੀਜ਼ ਉਹ ਨੇ ਜਿਹੜੇ ਅਸੀਂ ਤੁਹਾਨੂੰ ਕਹਿੰਦੇ ਭਾਈ ਹੌਲੀ ਹੌਲੀ ਘਟਾਈ, ਉਦੋਂ ਜਦੋਂ ਲੱਗਦਾ ਵੀ ਸ਼ੂਗਰ ਠੀਕ ਹੋ ਗਈ, ਉਹਨੂੰ ਅੰਦਰੋਂ ਇੱਕ ਫੀਲਿੰਗ ਆਉਂਦੀ ਹੈ, ਉਹ ਫਟਾਫਟ ਦਵਾਈਆਂ ਛੱਡ ਦਿੰਦਾ, ਆਪ ਹੀ ਛੱਡ ਦਿੰਦਾ। ਹੁਣ ਆਪਾਂ ਕੀ ਕਰਨਾ? ਆਪਾਂ ਫਟਾਫਟ ਵਾਲੇ ਰਾਜ ਨਹੀਂ ਪੈਣਾ। ਕਿਉਂ? ਕਿਉਂਕਿ ਫਟਾਫਟ ਰਾਜ ਪਵੇਂਗਾ, ਕੱਲ੍ਹ ਨੂੰ ਸ਼ੂਗਰ ਵੱਧ ਗਈ, ਫਿਰ ਮਰੀਜ਼ ਡਿਮੋਰਲਾਈਜ਼ ਹੋ ਜਾਂਦਾ। ਉਹਦਾ ਨੁਕਸਾਨ ਹੋਵੇ ਨਾ ਹੋਵੇ, ਨੁਕਸਾਨ ਵੀ ਹੋ ਸਕਦਾ, ਲੇਕਿਨ ਨੁਕਸਾਨ ਬਹੁਤ ਵਾਰੀ ਨਹੀਂ ਹੁੰਦਾ, ਲੇਕਿਨ ਮਰੀਜ਼ ਡਿਮੋਰਲਾਈਜ਼ ਹੋ ਜਾਏਗਾ, ਕੱਲ੍ਹ ਮੇਰੀ ਤਾਂ ਸ਼ੂਗਰ ਫਿਰ ਵੱਧ ਗਈ। ਤਾਂ ਆਪਾਂ ਨੇ ਚੱਲਣਾ ਸਲੋ। ਆਪਾਂ ਨੇ 150 250 ਰੱਖ ਕੇ 150 250 ਯਾਦ ਰੱਖਣਾ। ਜੇ ਕਿਤੇ ਇੱਕ ਵੱਧ ਆ ਗਈ ਤਾਂ ਇੱਕ ਘੱਟ ਆ ਗਈ, ਕਈ ਵਾਰੀ ਇਹ ਹੁੰਦਾ ਵੀ ਇੱਕ ਫਾਸਟਿੰਗ ਵੱਧ ਆ ਗਈ ਅਤੇ ਦੂਜੀ ਘੱਟ ਆ ਗਈ, ਫਿਰ ਕੀ ਕਰੋ? ਫਿਰ ਦੋਨਾਂ ਨੂੰ ਜੋੜ ਲਓ ਅਤੇ 2 ਨਾਲ ਡਿਵਾਈਡ ਕਰ ਲਓ ਅਤੇ ਉਹਦੀ ਐਵਰੇਜ ਕੱਢ ਲਓ। ਐਵਰੇਜ ਵੀ ਅਗਰ 250 ਤੋਂ ਘੱਟ ਆ ਤਾਂ ਵੀ ਆਪਾਂ ਗੋਲੀ ਘਟਾ ਸਕਦੇ ਹਾਂ। ਐਵਰੇਜ ਵੀ 250 ਰੱਖੀ ਜਾ ਸਕਦੀ ਹੈ, ਕੋਈ ਦਿੱਕਤ ਨਹੀਂ। ਔਰ ਸ਼ੂਗਰ ਹਮੇਸ਼ਾ ਉਂਗਲ ਤੋਂ ਕਰਨੀ ਟੈਸਟ, ਵੇਨ ਤੋਂ ਟੈਸਟ ਨਹੀਂ ਕਰਵਾਉਣੀ। ਬਹੁਤ ਲੋਕ ਜਿਹੜੇ ਨੇ ਬੜਾ ਪ੍ਰਚਾਰ ਕਰਦੇ ਆ ਕਿ ਉਹ ਜੀ ਗਲੂਕੋਮੀਟਰ ਦੀ ਰੀਡਿੰਗ ਬੜੀ ਹਾਈ, ਇਹ ਹੁੰਦਾ ਉਹ ਹੁੰਦਾ।
ਆਪਾਂ ਨੂੰ ਜਿੰਨੀ ਕੁ ਐਕੂਰੇਸੀ ਚਾਹੀਦੀ ਹੈ ਗਲੂਕੋਮੀਟਰ 'ਚ ਵਧੀਆ ਹੁੰਦੀ ਹੈ। ਗਲੂਕੋਮੀਟਰ ਵਾਲੀ ਰੀਡਿੰਗ ਜਿਹੜੀ ਹੈ ਉਹ 10% ਜ਼ਿਆਦਾ ਹੁੰਦੀ ਹੈ ਇੰਟਰਾਵੀਨਸ ਨਾਲੋਂ। ਔਰ ਦੂਜੀ ਇੱਕ ਗੱਲ ਮੈਂ ਦੋਸਤਾਂ ਨੂੰ ਬੜੀ ਸਪਸ਼ਟ ਦੱਸਦਾ, ਉਹ ਕਨਫਿਊਜ਼ ਨਾ ਹੋਣ। ਘੱਟੋ ਘੱਟ 40% ਮਰੀਜ਼ਾਂ ਦਾ ਜਿਹੜਾ ਫਾਸਟਿੰਗ ਬਲੱਡ ਸ਼ੂਗਰ ਉਹ ਜ਼ਿਆਦਾ ਹੁੰਦਾ ਅਤੇ ਪੀਪੀ ਘੱਟ ਹੁੰਦਾ। ਇੱਕੋ 40% ਲੋਕਾਂ ਦਾ ਕਿ ਫਾਸਟਿੰਗ ਬਲੱਡ ਸ਼ੂਗਰ ਜ਼ਿਆਦਾ ਆਏਗਾ, ਉਹਨਾਂ ਦਾ ਉਲਟਾ ਸਗੋਂ। ਸੋ ਇਹਦੇ ਤੋਂ ਵੀ ਨਹੀਂ ਘਬਰਾਉਣਾ। ਜੇ ਕਿਸੇ ਮਰੀਜ਼ ਦਾ ਇੱਦਾਂ ਲੱਗਦਾ ਕਿ ਉਹਦੀ ਫਾਸਟਿੰਗ ਜ਼ਿਆਦਾ ਆ ਰਹੀ ਹੈ ਅਤੇ ਪੀਪੀ ਘੱਟ ਆ ਰਹੀ ਹੈ ਤਾਂ ਵੀ ਕੋਈ ਗੱਲ ਨਹੀਂ, ਆਪਾਂ ਦੋਨਾਂ ਨੂੰ ਜੋੜ ਕੇ ਉਹਦੇ ਐਵਰੇਜ ਕੱਢ ਲਓ। ਉਹਦੇ ਕਾਰਨ ਕੀ ਹੁੰਦਾ ਡਾਕਟਰ ਸਾਹਿਬ, ਕਿਉਂ ਫਾਸਟ? ਦਾ ਬੰਦੇ ਦਾ ਸੁਭਾਅ ਹੈ। ਅੱਜ ਕੱਲ੍ਹ ਬੰਦੇ ਹੁਣ ਜਿਹੜੇ ਨੇ ਉਹ ਤੱਤ ਭੜਤ ਬਹੁਤ ਹੋ ਗਏ ਆ। ਸਟ੍ਰੈਸ। ਹਾਂ, ਉਹ ਰਾਤ ਨੂੰ ਸੁੱਤੇ ਪਏ ਵੀ ਉਹਨਾਂ ਨੂੰ ਕੰਮ ਦੇ ਸੁਪਨੇ ਆਈ ਜਾਂਦੇ ਆ ਅਤੇ ਉਹ ਸੁੱਤੇ ਪਏ ਵੀ ਭੱਜੀ ਫਿਰੀ ਜਾਂਦੇ ਆ। ਸਵੇਰੇ ਉੱਠਣ ਸਾਰ ਜੇ ਬੰਦਾ ਇਹੋ ਜਿਹਾ ਐਂਗਜ਼ਾਇਟੀ ਵਾਲਾ ਅਤੇ ਉਹ ਸਾਰਾ ਕੁਝ ਯਾਦ ਕਰਨ ਲੱਗ ਜਾਂਦਾ, ਮੈਂ ਆਹ ਵੀ ਕਰਨਾ, ਮੈਂ ਆਹ ਵੀ ਕਰਨਾ, ਮੈਂ ਆਹ ਵੀ ਕਰਨਾ, ਮੈਂ ਆਹ ਵੀ। ਉਹ ਜਦੋਂ ਆ ਵੀ ਅੰਦਰੋਂ ਆਇਆ ਤਾਂ ਸਰੀਰ ਨੂੰ ਮੈਸੇਜ ਜਾਂਦਾ ਵੀ ਇਹ ਬੰਦਾ ਤਾਂ ਕੁਝ ਨਾ ਕੁਝ ਕਰੂਗਾ, ਖਾਏ ਪੀਏ ਬਿਨਾਂ ਹੀ। ਆਪਣਾ ਜਿਹੜਾ ਅੰਦਰ ਸਟੋਰ ਹੈ ਉਹਨੂੰ ਦਿਓ। ਤਾਂ ਉਹ ਲਿਵਰ ਨੂੰ ਬਾਡੀ ਮੈਸੇਜ ਦਿੰਦੀ ਹੈ ਵੀ ਇਹਨੂੰ ਭਾਈ ਦੇ। ਅਤੇ ਕਿਵੇਂ ਕੰਮ, ਜਿੰਨੇ ਦਾ ਕੰਮ ਇਹ ਸੋਚ ਰਿਹਾ ਐਂ ਕਿਵੇਂ ਕਰ ਲੇਗਾ, ਇਹ ਹਾਲੇ ਖਾਇਆ ਤਾਂ ਹੈ ਨਹੀਂ ਕੁਛ ਵੀ। ਤਾਂ ਬਾਡੀ ਨੂੰ ਤਾਂ ਨਹੀਂ ਪਤਾ ਵੀ ਇਹ ਖਾ ਲੇਗਾ। ਬਾਡੀ ਦੇ ਕੋਲ ਮੈਸੇਜ ਗਿਆ ਵੀ ਭਾਈ ਖਾਇਆ ਨਹੀਂ ਇਹਨੇ। ਅਤੇ ਇਹ ਤਾਂ ਕਿਉਂਕਿ ਬਾਡੀ ਕੋਲ ਇੱਦਾਂ ਦਾ ਮੈਕੈਨਿਜ਼ਮ ਥੋੜ੍ਹਾ ਵੀ ਤੁਹਾਡੇ ਵਾਂਗੂ ਪਾਗਲਾਂ ਵਾਂਗੂ ਸੋਚੇ। ਬਾਡੀ ਕੋਲ ਤਾਂ ਮੈਸੇਜ ਜਾਣਾ ਵੀ ਬੰਦਾ ਜਿਹੜਾ ਕੰਮ ਕਰਨ ਨੂੰ ਤਿਆਰ ਬੈਠਾ ਹੈ ਅਤੇ ਇਹਦੇ ਕੋਲ ਗਲੂਕੋਜ਼ ਦਾ ਸਟੋਰ ਹੈ ਨਹੀਂ ਗਾ। ਹੁਣ ਇਹਨੂੰ ਜਿਹੜਾ ਲਿਵਰ ਕੋਲ ਸਟੋਰ ਹੁੰਦਾ, ਲਿਵਰ ਕੋਲ 70 ਗ੍ਰਾਮ ਦਾ ਸਟੋਰ ਹੁੰਦਾ, ਉਹ ਚੱਕ ਕੇ ਲਿਵਰ ਉੱਧਰ ਮਾਰਦਾ ਉਹਨੂੰ। ਹਾਲਾਂਕਿ ਉਹਨੇ ਸਟੋਰ ਰੱਖਿਆ ਸੀਗਾ ਫਾਈਟ ਐਂਡ ਫਲਾਈਟ ਵਾਸਤੇ। ਲਿਵਰ ਦਾ ਸਟੋਰ ਜਿਹੜਾ ਹੁੰਦਾ ਫਾਈਟ ਐਂਡ ਫਲਾਈਟ ਲਈ ਹੁੰਦਾ, ਇਹ ਰੂਟੀਨਲੀ ਨਹੀਂ ਹੁੰਦਾ। ਤਾਂ ਉਹਨੇ ਉਹ 70 ਗ੍ਰਾਮ ਜਿਹੜਾ ਉਹਨੂੰ ਉਹਦੀ ਬੋਲਸ ਡੋਜ਼ ਦਿੰਦਾ ਵੀ ਚੱਕ ਕੰਮ ਕਰ। ਤਾਂ ਉਹ ਜਦੋਂ ਬੋਲਸ ਡੋਜ਼ ਗਈ ਤਾਂ ਸ਼ੂਗਰ ਹਾਈ ਚਲੀ ਜਾਂਦੀ ਹੈ। ਤਾਂ ਇਸ ਕਰਕੇ ਉਹ ਜਿਹੜਾ ਸਾਡਾ ਸੁਭਾਅ ਹੈ ਉਹਦੇ ਕਰਕੇ ਬਹੁਤ ਲੋਕਾਂ ਦੀ ਜਿਹੜੀ ਫਾਸਟਿੰਗ ਬਲੱਡ ਸ਼ੂਗਰ ਉਹ ਹਾਈ ਆ ਜਾਂਦੀ ਹੈ। ਅਤੇ ਇਸ ਕਰਕੇ ਹਾਈ ਸ਼ੂਗਰ ਜੇ ਫਾਸਟਿੰਗ ਜ਼ਿਆਦਾ ਆ ਰਹੀ ਹੈ ਅਤੇ ਪੀਪੀ ਘੱਟ ਆ ਰਹੀ ਹੈ ਤਾਂ ਵੀ ਨਹੀਂ ਘਬਰਾਉਣਾ। ਤਾਂ ਆਪਾਂ ਕੀ ਫੰਡਾ ਰੱਖਣਾ ਹੈ ਕਿ ਆਪਾਂ 150 250 ਅਤੇ ਜੇ ਕਨਫਿਊਜ਼ ਹੋ ਰਹੇ ਆਪਾਂ ਤਾਂ ਦੋਨਾਂ ਦਾ ਐਵਰੇਜ ਕੱਢ ਕੇ 250। ਜੇ ਇੱਥੇ ਹੈਗੀ ਹੈ ਤਾਂ ਇਸ ਤੋਂ ਮੂਮੈਂਟ 225 ਤੇ ਜਾਂਦੀ ਹੈ ਤਾਂ ਨਾਲ ਦੀ ਨਾਲ ਗੋਲੀ ਜਾਂ ਟੀਕਾ ਘਟਾ ਦੇਣਾ, ਗੋਲੀ ਜਾਂ ਟੀਕਾ ਘਟਾ ਦੇਣਾ। ਉਹ ਕਿਵੇਂ ਘਟਾਉਣਾ ਉਹਦੇ ਲਈ ਤੇ ਆਪਾਂ ਅੱਗੇ ਆਉਂਦੇ ਹਾਂ। ਸੋ ਇਸ ਕਰਕੇ ਇੱਕ ਤਾਂ ਫਿਗਰ ਯਾਦ ਰੱਖਣੀ ਹਮੇਸ਼ਾ ਹੀ 150 250 ਕੱਲੀ ਫਿਗਰ ਹੈ। ਇਹ ਵੀ ਯਾਦ ਰੱਖਣਾ ਇਸ ਤੋਂ ਥੱਲੇ ਨਹੀਂ ਜਾਣ ਦੇਣੀ, ਥੱਲੇ ਨਹੀਂ ਜਾਣ ਦੇਣੀ। ਧਿਆਨ ਨਾਲ ਸੁਣਨਾ, ਸ਼ੂਗਰ ਜਿਹੜੀ ਸਾਡੀ ਖਾਲੀ ਪੇਟ 150 ਅਤੇ ਪੀਪੀ 250 ਤੋਂ ਥੱਲੇ ਨਹੀਂ ਜਾਣੀ ਚਾਹੀਦੀ ਜਦ ਤੱਕ ਗੋਲੀਆਂ ਖਾ ਰਹੇ ਹਾਂ। ਜਦੋਂ ਗੋਲੀਆਂ ਛੱਡਤੀਆਂ ਫਿਰ ਗੱਲ ਅਲੱਗ ਹੈ। ਫਿਰ ਤਾਂ ਕੁਦਰਤ ਦਾ ਆਪਣਾ ਮੈਕੈਨਿਜ਼ਮ ਆ ਗਿਆ ਨਾ, ਉਹ 100 ਤੇ ਵੀ ਲੈ ਜਾਏਗਾ, 110 ਤੇ ਵੀ ਲੈ ਜਾਏਗਾ, ਉਹਦੀ ਗੱਲ ਨੂੰ ਛੱਡ ਦਿਓ। ਸੋ ਇਸ ਕਰਕੇ ਆਪਾਂ ਜਿਹੜਾ ਕਰਦੇ ਹੋਏ ਤਾਂ ਹੁਣ ਘਟਾਉਣੀ ਕਿੱਦਾਂ? ਪਹਿਲਾਂ ਆਪਾਂ ਆ ਜਾਈਏ ਟੀਕੇ 'ਤੇ। ਇੰਸੂਲਿਨ ਦਾ ਟੀਕਾ ਜਿਹੜਾ ਇੰਸੂਲਿਨ 3 ਤਰ੍ਹਾਂ ਦੀ ਹੈ। ਇੰਸੂਲਿਨ 2 ਤਰ੍ਹਾਂ ਦੇ ਬੰਦਿਆਂ ਨੂੰ ਲੱਗਦੀ ਹੈ। ਇੱਕ ਤਾਂ ਉਹਨਾਂ ਬੰਦਿਆਂ ਨੂੰ ਲੱਗਦੀ ਜਿਹਦੀ ਆਪਾਂ ਗੱਲ ਕੀਤੀ ਸੀ ਕਿ ਉਹ ਇੰਸੂਲਿਨ ਹੋਰ ਸਕਰੀਟ ਹੋ ਰਹੀ ਹੈ। ਅਲਟੀਮੇਟਲੀ ਕੀ ਹੁੰਦਾ, ਪੈਂਕਰੀਆਸ ਥੱਕ ਜਾਂਦਾ, ਉਹ ਕਹਿੰਦਾ ਬਸ ਯਾਰ ਮੈਥੋਂ ਨਹੀਂ ਹੋਰ ਬਣਾਈ ਜਾਂਦੀ। ਅਤੇ ਉਹ ਫਿਰ ਉੱਥੋਂ ਉਹ ਜਿਹੜੀ ਪਹਿਲਾਂ ਗੋਲੀਆਂ ਨਾਲ ਕੰਟਰੋਲ ਹੁੰਦੀ ਹੈ, ਅਲਟੀਮੇਟਲੀ ਉਹ ਗੋਲੀਆਂ ਨਾਲ ਕੰਟਰੋਲ ਹੋਣਾ ਬੰਦ ਹੋ ਜਾਂਦੀ ਕਿਉਂਕਿ ਪੈਂਕਰੀਆਸ ਥੱਕ ਹਾਰ ਗਿਆ। ਤੁਸੀਂ ਬੇਵਕੂਫੀਆਂ ਕਰਨੋਂ ਹਟੇ ਨਹੀਂ, ਉਹਨੇ ਹੱਥ ਖੜੇ ਕਰਤੇ ਵੀ ਜਾਓ ਦਫਾ ਮਰਨਾ ਮਰ, ਜਿਉਣਾ ਜਿਓ। ਮੇਰੀ ਇੰਨੀ ਸਮਰੱਥਾ ਸੀ, ਤੈਨੂੰ ਬੜੀ ਕੋਸ਼ਿਸ਼ ਕਰ ਲਈ, ਹੁਣ ਮੇਰੀ ਹੋਰ ਸਮਰੱਥਾ ਨਹੀਂ ਹੈ। ਤਾਂ ਉਹ ਪੈਂਕਰੀਆਸ ਜਦੋਂ ਹਥਿਆਰ ਛੱਡ ਦਿੰਦਾ ਤਾਂ ਫਿਰ ਅਲਟੀਮੇਟਲੀ ਤੁਹਾਨੂੰ ਇੰਸੂਲਿਨ 'ਤੇ ਆਉਣਾ ਪੈਂਦਾ। ਫਿਰ ਕੀ ਹੁੰਦਾ, ਗੋਲੀਆਂ ਵੀ ਚੱਲ ਰਹੀਆਂ ਨੇ, ਇੰਸੂਲਿਨ ਵੀ ਚੱਲ ਰਹੀ ਹੈ, ਦੋਨੋਂ ਚੱਲ ਰਹੀਆਂ ਹੁੰਦੀਆਂ ਨੇ। 2 3 ਗੋਲੀਆਂ ਨਾਲ ਚੌਥੀ ਇੰਸੂਲਿਨ, ਸੋ ਸਾਰਾ ਕੁਝ ਚੱਲ ਰਿਹਾ ਹੁੰਦਾ। ਇੱਕ ਤਾਂ ਇਹ ਮਰੀਜ਼ ਨੇ, ਇੱਕ ਉਹ ਮਰੀਜ਼ ਜਿਹੜੇ ਯੰਗ ਨੇ ਜਿਨ੍ਹਾਂ ਦੇ ਪੈਂਕਰੀਆਸ 'ਚ ਨੁਕਸ, ਉਹ ਆਲਟੂਗੇਦਰ ਡਿਫਰੈਂਟ ਬਿਮਾਰੀ ਹੈ, ਟਾਈਪ 1 ਕਹਿੰਦੇ ਜਿਹਨੂੰ। ਆਪਾਂ ਜਿਹੜੀ ਹੁਣ ਤੱਕ ਗੱਲ ਕਰ ਰਹੇ ਸੀ ਟਾਈਪ 2 ਦੀ ਸੀਗੀ, ਅਡਲਟਹੁੱਡ ਟਾਈਪ ਆਫ ਡਾਇਬਟੀਜ਼। ਜਿਹੜੀ ਟਾਈਪ 1 ਡਾਇਬਟੀਜ਼ ਹੈ ਉਹ ਆਲਟੂਗੇਦਰ ਡਿਫਰੈਂਟ ਐਂਟੀਟੀ ਹੈ, ਉਹ ਆਟੋਇਮਿਊਨ ਡਿਸਆਰਡਰ ਹੈ, ਆਟੋਇਮਿਊਨ ਬਿਮਾਰੀ ਹੈ। ਉਹਦੇ 'ਚ ਪੈਂਕਰੀਆਸ ਡੈਮੇਜ ਹੋ ਜਾਂਦਾ ਅਤੇ ਇੰਸੂਲਿਨ ਬਣਾਉਂਦਾ ਨਹੀਂ ਹੈ। ਉਹ ਪੈਂਕਰੀਆਸ ਡੈਮੇਜ ਹੁੰਦਾ ਆਟੋਇਮਿਊਨਿਟੀ ਕਰਕੇ। ਉਹਦੀ ਗੱਲ ਜਿਹੜੀ ਆਟੋਇਮਿਊਨਿਟੀ ਦੀ ਗੱਲ ਆਪਾਂ ਵੱਖਰੀ ਬਹੁਤ ਵਾਰੀ ਕਰ ਚੁੱਕੇ ਹਾਂ, ਲੋੜ ਹੋਊਗਾ ਤਾਂ ਫਿਰ ਕਰ ਲਾਂਗੇ। ਸੋ ਆਪਾਂ ਅੱਜ ਡਰਗ ਟੇਪਰਿੰਗ 'ਤੇ ਕਿ ਡਰਗ ਟੇਪਰਿੰਗ ਕਿੱਦਾਂ ਕਰਨੀ ਹੈ। ਹੁਣ ਟੀਕੇ 3 ਤਰ੍ਹਾਂ ਦੇ ਹੈ। ਇੱਕ ਟੀਕਾ ਹੈ ਉਹਨੂੰ ਕਹਿੰਦੇ ਪਲੇਨ ਇੰਸੂਲਿਨ ਜਾਂ ਰੈਪਿਡ ਐਕਟਿੰਗ ਇੰਸੂਲਿਨ, ਜਿਹਦਾ ਮੈਕੈਨਿਜ਼ਮ ਐਕਸ਼ਨ ਸਿਰਫ 6 ਘੰਟੇ ਹੈ। ਉਹਦਾ ਡਿਊਰੇਸ਼ਨ ਆਫ ਐਕਸ਼ਨ 6 ਘੰਟੇ, 6 ਘੰਟੇ ਬਾਅਦ ਉਹਦਾ ਡਿਊਰੇਸ਼ਨ ਆਫ ਐਕਸ਼ਨ ਖਤਮ ਹੋ ਜਾਣਾ। ਉਹਨੂੰ 3 ਵਾਰੀ ਲਾਉਣਾ ਪੈਂਦਾ ਦਿਨ 'ਚ, ਸਵੇਰੇ ਨਾਸ਼ਤੇ ਤੋਂ ਪਹਿਲਾਂ ਨਾਸ਼ਤੇ ਨਾਲ, ਦੁਪਹਿਰ ਦੇ ਲੰਚ ਨਾਲ ਅਤੇ ਰਾਤ ਨੂੰ ਡਿਨਰ ਨਾਲ ਜੋੜਨਾ ਹੀ ਪੈਂਦਾ। ਤੁਸੀਂ 2 ਵਾਰੀ ਖਾਣਾ ਵੀ ਹੋਵੇ ਤਾਂ ਵੀ ਤੁਸੀਂ ਨਹੀਂ ਖਾ ਸਕਦੇ ਕਿਉਂਕਿ 3 ਵਾਰੀ ਤੁਹਾਨੂੰ ਇੰਸੂਲਿਨ ਲੱਗਣੀ ਹੈ। ਦੂਜੀ ਹੁੰਦੀ ਹੈ ਮੀਡੀਅਮ ਐਕਟਿੰਗ, ਉਹ ਲੱਗਦੀ 2 ਵਾਰੀ, ਉਹਦਾ ਮੈਕੈਨਿਜ਼ਮ ਐਕਸ਼ਨ ਹੁੰਦਾ 10 ਘੰਟੇ ਦੇ ਲਗਭਗ। ਫਿਰ ਕੰਬੀਨੇਸ਼ਨ ਨੇ ਰੈਪਿਡ ਐਕਟਿੰਗ ਤੇ ਮੀਡੀਅਮ ਐਕਟਿੰਗ ਦੇ ਕੰਬੀਨੇਸ਼ਨ ਹੈਗੇ ਆ, ਉਹ ਵੀ 2 ਵਾਰੀ ਲੱਗਦੇ ਆ BD। ਉਹਨੂੰ ਜੋ ਆਪਾਂ ਆਮ ਜਿਹੜਾ ਸਭ ਤੋਂ ਪਾਪੂਲਰ ਕੰਬੀਨੇਸ਼ਨ ਹੈ ਉਹ ਹੈਗੀ ਹਿਊਮਨ ਮਿਕਸਟਾਰਡ 70-30 ਵਾਲੀ।
ਉਹ ਸਭ ਤੋਂ ਜਿਹੜਾ ਪਪੂਲਰ ਡਿਮਾਂਡ ਜਿਹੜਾ ਬਲੈਂਡ ਚੱਲਦਾ ਅਡਲਟ 'ਚ ਅੱਜ ਕੱਲ੍ਹ ਉਹ ਚੱਲਦਾ, ਤਾਂ ਉਹਦੀ ਉਹ ਵੀ 2 ਵਾਰੀ ਲੱਗਣੀ ਆ। ਅਤੇ ਤੀਜੀ ਹੁੰਦੀ ਹੈ ਜਿਹੜੀ ਇੱਕੋ ਵਾਰੀ ਲੱਗਦੀ ਹੈ, ਉਹਨੂੰ ਕਹਿੰਦੇ ਲੈਂਟਸ, ਕਿ ਉਹਦਾ ਮੈਕੈਨਿਜ਼ਮ ਐਕਸ਼ਨ 22-24 ਘੰਟੇ ਦਾ ਉਹਦਾ ਟੋਟਲ ਡਿਊਰੇਸ਼ਨ ਹੈ, ਉਹ ਡਿਪੋ ਫਾਰਮ ਜੀ। ਉਹ ਇਹ 3 ਤਰ੍ਹਾਂ ਦੀ ਇਨਸੂਲਿਨ ਹੈ। ਪਹਿਲਾਂ ਤਾਂ ਦੇਖਣਾ ਹੈ ਕਿ ਜਿਹੜੀ ਇਨਸੂਲਿਨ ਲੱਗ ਰਹੀ ਹੈ ਉਹ ਪਲੇਨ ਲੱਗ ਰਹੀ ਹੈ, ਮੀਡੀਅਮ ਐਕਟਿੰਗ ਲੱਗ ਰਹੀ ਹੈ, ਕੰਬੀਨੇਸ਼ਨ ਵਾਲੀ ਲੱਗ ਰਹੀ ਹੈ, ਜਾਂ ਲੌਂਗ ਐਕਟਿੰਗ ਲੱਗ ਰਹੀ ਹੈ। ਤਾਂ ਉਹ ਕਿੱਥੋਂ ਪਤਾ ਲੱਗੇਗਾ? ਕੁਛ ਤਾਂ ਨਾਵਾਂ ਤੋਂ ਲੈ ਕੇ ਗੂਗਲ 'ਚ ਜਾ ਕੇ ਦੇਖਿਆ ਜਾ ਸਕਦਾ ਕਿ ਵੀ ਭਾਈ ਕਿਹੜੀ ਹੈ। ਦੂਜੀ ਗੱਲ, ਜੇ 3 ਵਾਰੀ ਲੱਗ ਰਹੀ ਹੈ ਤਾਂ ਉਹ ਰੈਪਿਡ ਐਕਟਿੰਗ ਹੈ, 2 ਵਾਰੀ ਲੱਗ ਰਹੀ ਹੈ ਤਾਂ ਮੀਡੀਅਮ ਐਕਟਿੰਗ ਹੈ ਜਾਂ ਕੰਬੀਨੇਸ਼ਨ ਹੈ, ਅਤੇ ਜੇ ਇੱਕੋ ਵਾਰੀ ਲੱਗ ਰਹੀ ਹੈ ਤਾਂ ਲੈਂਟਸ ਹੈ। ਹੁਣ ਜਿੱਥੋਂ ਤੱਕ ਸਵਾਲ ਘਟਾਉਣ ਦਾ, ਉਹ ਸਾਰੀ ਇਨਸੂਲਿਨ 'ਤੇ ਇੱਕ ਲਾਗੂ ਹੁੰਦਾ ਸੇਮ। ਉਹ ਉਹੀ ਫੰਡਾ ਕਿ ਜਦੋਂ ਤੁਹਾਡਾ 250 ਤੋਂ 225 'ਤੇ ਆ ਗਿਆ ਤਾਂ ਤੁਸੀਂ ਇਨਸੂਲਿਨ ਘਟਾਉਣੀ ਹੈ। ਇਨਸੂਲਿਨ ਘਟਾਉਣੀ ਹੈ, ਕਿੰਨੀ ਘਟਾਉਣੀ ਹੈ? ਉਹ ਡਿਪੈਂਡ ਕਰਦਾ ਕਿ ਤੁਹਾਡੀ ਇਨੀਸ਼ੀਅਲ ਡੋਜ਼ ਕਿੰਨੀ ਹੈ। ਜੇ ਬਹੁਤ ਥੋੜ੍ਹੀ ਡੋਜ਼ ਹੈ ਤਾਂ 1 ਯੂਨਿਟ ਰੱਖ ਲਓ, ਜੇ ਬਹੁਤ ਜ਼ਿਆਦਾ ਡੋਜ਼ ਹੈ ਤਾਂ 2 ਯੂਨਿਟ ਰੱਖ ਲਓ ਜਾਂ 3 ਯੂਨਿਟ ਰੱਖ ਲਓ। ਮੰਨ ਲਓ 20-25 ਯੂਨਿਟ ਲੱਗ ਰਹੀ ਹੈ ਫਿਰ ਤਾਂ 2-2 ਯੂਨਿਟ ਰੱਖੇ ਜਾ ਸਕਦੇ ਆ। ਜੇ 4-5 ਯੂਨਿਟ ਲੱਗ ਰਹੀ ਹੈ ਫਿਰ 1-1 ਯੂਨਿਟ ਰੱਖਿਆ ਜਾ ਸਕਦਾ। ਜਦੋਂ ਘਟਾਉਣੀ ਹੈ ਤਾਂ ਸਾਰੀਆਂ ਡੋਜ਼ 'ਚੋਂ ਘਟਾ ਦੇਣੀ ਫਿਰ ਉਹ। ਫਿਰ ਜਿਹੜੇ ਇਨਸੂਲਿਨ ਵਾਲੇ ਬੰਦੇ ਨੇ ਉਹਨਾਂ ਨੂੰ ਇਹ ਜ਼ਰੂਰੀ ਹੈ ਕਿ ਸਾਰੇ ਦਿਨ ਦੀ ਵੀ ਐਵਰੇਜ ਕੱਢਣ ਆਪਣੀ, ਉਹ ਕਿ ਮੇਰੀ ਦਿਨ 'ਚ ਸ਼ੂਗਰ ਕਿੰਨੀ ਰਹੀ। ਉਹ ਜਿਹੜੀ ਸ਼ੂਗਰ ਹੈ ਉਹਨਾਂ ਦੀ ਨੈਕਸਟ ਡੇ ਵਾਸਤੇ ਮੋਟੀ ਗਾਈਡ ਹੋਊਗੀ। ਪਰ ਫਿਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਨਸੂਲਿਨ ਲਾਉਣ ਤੋਂ ਪਹਿਲਾਂ ਸ਼ੂਗਰ ਟੈਸਟ ਵੀ ਕਰਦੇ ਆ। ਜਦੋਂ ਟੈਸਟ ਕਰਦੇ ਹੋ ਤੁਸੀਂ ਫਿਰ ਥੋੜ੍ਹਾ ਜਿਹਾ ਸੰਭਲਣਾ ਪੈਂਦਾ। ਜੇ ਕਈ ਵਾਰੀ ਸ਼ੂਗਰ ਬਹੁਤ ਲੋ ਹੁੰਦੀ, ਜਿਹਨਾਂ ਦੀ ਫਲਕਚੁਏਟ ਕਰਦੀ, ਫਿਰ ਸ਼ੂਗਰ ਦੀ ਇਨਸੂਲਿਨ ਦੀ ਡੋਜ਼ ਬਹੁਤ ਡਰਾਸਟਿਕਲੀ ਕੱਟ ਕਰਨੀ ਪੈਂਦੀ ਹੈ ਜਾਂ ਬੰਦ ਕਰਨੀ, ਉਹ ਮਿਸ ਕਰਨੀ ਪੈਂਦੀ ਡੋਜ਼। ਨਹੀਂ ਤਾਂ ਅਦਰਵਾਈਜ਼ ਇਨਸੂਲਿਨ ਇੰਨੀ ਸਟਰੋਂਗ ਹੈ ਕਿ ਚੱਕ ਕੇ 30-40 ਤੇ ਮਾਰੇਗੀ ਚੱਕ ਕੇ ਉਹ, ਅਤੇ ਤੁਹਾਨੂੰ ਭੱਜਣਾ ਪੈ ਜਾਣਗੀਆਂ, ਤੁਹਾਨੂੰ ਦੌਰਾ ਪੈ ਜਾਏਗਾ, ਗਿਰ ਜਾਓਗੇ, ਬੇਹੋਸ਼ ਹੋ ਜਾਓਗੇ, ਕੁਛ ਵੀ ਹੋ ਸਕਦਾ। ਇਸ ਕਰਕੇ ਇਨਸੂਲਿਨ ਨੂੰ ਹੌਲੀ ਘਟਾਈ ਜਾਣਾ, ਕਾਲੇ ਨਹੀਂ ਪੈਣਾ। ਰੋਜ਼ ਟੈਸਟ ਕਰਨੀ ਹੈ। ਜੇ ਮੰਨ ਲਓ ਜੇ ਤਾਂ ਤੁਸੀਂ ਕਰ ਸਕਦੇ ਹੋ ਤਾਂ ਜਿੰਨੀ ਵਾਰੀ ਇਨਸੂਲਿਨ ਲੱਗ ਰਹੀ ਉਸ ਤੋਂ ਪਹਿਲਾਂ ਟੈਸਟ ਕਰ ਸਕਦੇ ਹੋ ਤਾਂ ਕੋਈ ਗੱਲ, ਸਭ ਤੋਂ ਵਧੀਆ ਤਰੀਕਾ ਹੋਇਆ। ਜੇ ਨਹੀਂ ਕਰ ਸਕਦੇ ਤਾਂ ਕਮ ਸੇ ਕਮ 2 ਵਾਰੀ ਟੈਸਟ ਕਰ ਲਓ, ਸਵੇਰੇ ਖਾਲੀ ਪੇਟ, 1 ਵਾਰੀ ਪੀਪੀ ਖਾਣੇ ਤੋਂ ਬਾਅਦ। ਜੇ ਫਿਰ ਵੀ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਹੈ, ਮੈਨੂੰ ਇੰਨੀ ਵਾਰੀ ਟੈਸਟ ਨਹੀਂ ਕਰਨਾ, ਫਿਰ 1 ਦਿਨ ਫਾਸਟਿੰਗ ਕਰ ਲਓ, 1 ਦਿਨ ਪੀਪੀ ਕਰ ਲਓ, ਤਾਂ ਕਿ ਤੁਹਾਡੀ ਦੋਨਾਂ 'ਤੇ ਨਿਗਾਹ ਰਹੇ। ਕਿਉਂਕਿ ਆਪਾਂ ਜਿਵੇਂ ਗੱਲ ਕੀਤੀ ਕਿ ਫਾਸਟਿੰਗ ਬਲੱਡ ਸ਼ੂਗਰ ਜਿਹੜੀ ਧੋਖਾ ਦੇ ਜਾਂਦੀ ਹੈ, ਕਿਉਂਕਿ ਕਈ ਵਾਰੀ ਬਿਨਾਂ ਮਤਲਬ ਹਾਈ ਆ ਜਾਂਦੀ ਹੈ। ਅਤੇ ਜਿਹੜੀ ਸਭ ਤੋਂ ਡਿਪੈਂਡੇਬਲ ਸ਼ੂਗਰ ਹੁੰਦੀ ਹੈ ਉਹ ਹੁੰਦੀ ਹੈ ਪੀਪੀ। ਖਾਣੇ ਤੋਂ 2 ਘੰਟੇ ਬਾਅਦ ਇਹ ਬਹੁਤੀ ਬੜੀ ਸਟੇਬਲ ਹੁੰਦੀ ਹੈ, ਧੋਖਾ ਨਹੀਂ ਦਿੰਦੀ। ਜੇ ਇਹ 250 ਤੋਂ ਕ੍ਰਾਸ ਕਰ ਰਹੀ ਹੈ ਤਾਂ ਓਕੇ, ਜੇ 250 ਤੋਂ ਥੱਲੇ ਜਾ ਰਹੀ ਹੈ ਤਾਂ ਇਨਸੂਲਿਨ ਜਾਂ ਜੋ ਵੀ ਦਵਾਈ ਘਟਾਉਣੀ ਹੈ। ਸੋ 250 ਦਾ ਫੰਡਾ ਯਾਦ ਰੱਖਣਾ ਹਮੇਸ਼ਾ। ਦੂਜੀ ਗੱਲ, ਬੜਾ ਕਲੀਅਰ ਪੇਸ਼ੈਂਟ ਨੂੰ ਇੱਥੇ ਮੈਂ ਇੱਕ ਜਿਹੜਾ ਜਿਹਨੂੰ ਆਪਾਂ ਦਿੰਦੇ ਹੁੰਦੇ ਡਿਸਕਲੇਮਰ ਵੀ ਦੇ ਦਾਂ ਕਿ ਪੇਸ਼ੈਂਟ ਨੂੰ ਹਮੇਸ਼ਾ ਹੀ ਕਹਿਣਾ ਜੇ ਪੋਸੀਬਲ ਹੋ ਸਕੇ ਤਾਂ ਉਹ ਆਪਣੇ ਡਾਕਟਰ ਦੀ ਨਾਲ ਰਾਏ ਨਾਲ ਚੱਲੇ। ਬਿਲਕੁਲ, ਮੈਂ ਵੀ ਡਿਸਕਲੇਮਰ ਦੇ ਦਿੰਦਾ ਕਿ ਇਹ ਪ੍ਰੋਗਰਾਮ ਮੈਡੀਕਲ ਐਡਵਾਈਸ ਲਈ ਨਹੀਂ ਹੈ। ਇਹ ਪ੍ਰੋਗਰਾਮ ਸਿਰਫ ਤੇ ਸਿਰਫ ਜਾਣਕਾਰੀ ਲਈ ਹੈ, ਅਤੇ ਜੇ ਜਾਣਕਾਰੀ ਹਾਸਲ ਕਰਕੇ ਤੁਹਾਨੂੰ ਕੋਈ ਲਾਭ ਹੁੰਦਾ ਤਦੇ ਸਾਡੇ ਇਸ ਪ੍ਰੋਗਰਾਮ ਦੀ ਕਾਮਯਾਬੀ ਮੰਨੀ ਜਾਏਗੀ। ਨਾਲ ਇਹ ਵੀ ਦੱਸ ਦਈਏ ਕਿ ਜਿੰਨੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਉਸ ਨੂੰ ਕਿਰਪਾ ਕਰਕੇ ਜਿਹੜਾ ਇਨ ਬਿਨ ਲਾਗੂ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ। ਕਿਉਂ ਜੀ ਡਾਕਟਰ ਸਾਹਿਬ? ਹਾਂ ਬਿਲਕੁਲ, ਡਾਕਟਰ ਦੀ ਸਲਾਹ ਲੈ ਲਓ, ਜਾਂ ਫਿਰ ਜੇ ਤੁਸੀਂ ਡਾਕਟਰ ਦੀ ਸਲਾਹ ਤੁਹਾਨੂੰ ਨਹੀਂ ਮਿਲਦੀ, ਕਿਉਂਕਿ ਅੱਜ ਕੱਲ੍ਹ ਡਾਕਟਰਾਂ ਦਾ ਇਹ ਪ੍ਰੋਬਲਮ ਇਹ ਆ ਰਹੀ ਹੈ ਕਿ ਡਾਕਟਰ ਕੋਲ ਜਾਂਦੇ ਤਾਂ ਘਟਾਉਂਦੇ ਹੀ ਨਹੀਂ ਦਵਾਈ। ਉਹ ਕਹਿੰਦਾ ਮੈਨੂੰ ਨਹੀਂ ਘਟਾਉਣੀ, ਅੜ ਜਾਂਦਾ ਉਹ। ਜੇ ਇੱਦਾਂ ਦੀ ਸਮੱਸਿਆ ਤਾਂ ਫਿਰ ਤੁਸੀਂ ਸਾਡੇ ਨਾਲ ਤਾਲਮੇਲ ਕਰ ਸਕਦੇ ਹੋ, ਅਸੀਂ ਤੁਹਾਨੂੰ ਘਰ ਬੈਠੇ ਗਾਈਡ ਕਰਾਂਗੇ। ਸਾਡੇ ਕੋਲ ਇੱਦਾਂ ਦਾ ਮੈਕੈਨਿਜ਼ਮ ਬਣਾ ਲਿਆ ਹੋਇਆ ਕਿ ਅਸੀਂ ਘਰ ਬੈਠੇ ਵੀ ਪੇਸ਼ੈਂਟ ਨੂੰ ਗਾਈਡ ਕਰਦੇ ਹਾਂ ਕਿ ਭਾਈ ਹੁਣ ਤੇਰੀ ਸ਼ੂਗਰ ਦੱਸ ਕਿੰਨੀ ਹੈ, ਹੁਣ ਤੇਰੀ ਕਿੰਨੀ ਹੈ, ਸਾਰਾ ਕੁਝ ਪੁੱਛ ਕੇ ਉਹਨੂੰ ਫਿਰ ਉਹਨੂੰ ਦੱਸ ਦੇਣਾ ਤੂੰ ਇੰਨੀ ਘਟਾ ਦੇ। ਕਿ ਅਸੀਂ ਇਸ ਕੰਮ ਲਈ ਐਕਸਪਰਟਾਈਜ਼ ਡਿਵੈਲਪ ਕਰ ਲਿਆ ਹੋਇਆ। ਸਾਡੇ ਕੋਲ ਟੀਮ ਹੈ, ਪੂਰੀ ਫੁੱਲ ਫਲਾਈਟ ਟੀਮ ਹੈ ਜਿਹੜੀ ਕਿ ਤੁਹਾਨੂੰ ਘਰ ਬੈਠੇ ਵੀ ਗਾਈਡ ਕਰ ਸਕਦੀ ਹੈ। ਜੇ ਤੁਹਾਨੂੰ ਡਾਕਟਰ ਮਿਲਦਾ ਜਾਂ ਕੋਈ ਦੋਸਤ ਮਿਲਦਾ ਜਿਹੜਾ ਮੈਡੀਕਲ ਪ੍ਰੋਫੈਸ਼ਨ 'ਚ ਹੈ ਤਾਂ ਬਹੁਤ ਵਧੀਆ, ਜੇ ਨਹੀਂ ਮਿਲਦਾ ਤਾਂ ਫਿਰ ਤੁਸੀਂ ਸਾਡੇ ਨਾਲ ਤਾਲਮੇਲ ਕਰ ਲਓ। ਜੇ ਸਿੰਪਲ ਜਿਹਾ ਕੰਮ ਹੈ ਤਾਂ ਤੁਸੀਂ ਆਪ ਵੀ ਕਰ ਸਕਦੇ ਹੋ, ਜਾਂ ਕਿਸੇ ਵੀ ਜੇ ਸਿੰਪਲ ਜਿਹਾ ਕੰਮ ਹੀ ਹੈ, ਕਦੀ ਦਵਾਈ ਚੱਲ ਰਹੀ ਹੈ, ਥੋੜ੍ਹਾ ਮੋਟਾ ਟੀਕਾ ਲੱਗ ਰਿਹਾ, ਕੋਈ ਰਿਸਕ ਕੋਈ ਨਹੀਂ ਹੈ। ਮਤਲਬ ਕਹਿਣ ਤੋਂ ਮਤਲਬ ਹੈ ਕਿ ਖਤਰਾ ਮੁੱਲ ਨਾ ਲਓ ਕੋਈ ਵੀ, ਕਿ ਕੱਲ੍ਹ ਨੂੰ ਤੁਹਾਨੂੰ ਕੋਈ ਨੁਕਸਾਨ ਹੋ ਜਾਏ। ਖਤਰਾ ਮੁੱਲ ਨਾ ਲਓ। ਜੇ ਸਿੰਪਲ ਜੀ ਗੱਲ ਹੈ ਤਾਂ ਉਹਨੂੰ ਆਪ ਮਾੜਾ ਮੋਟਾ ਛੇੜਛਾੜ ਕਰ ਲਓ, ਜਾਂ ਜਿਹੜਾ ਤੁਹਾਡਾ ਕੋਈ ਵੀ ਹੋਲਿਸਟਿਕ ਹੀਲਰ ਹੈ, ਤੁਹਾਡਾ ਦੋਸਤ ਹੈ ਜਿਹੜਾ ਇਹ ਕੰਮ ਦਾ ਵਾਕਫ ਹੈ, ਉਹਦੀ ਮਦਦ ਲੈ ਲਓ, ਜਾਂ ਫਿਰ ਆਪਣੇ ਡਾਕਟਰ ਦੀ ਮਦਦ ਲਓ, ਜਾਂ ਫਿਰ ਸਾਡੇ ਕੋਲ ਆਨਲਾਈਨ ਸਿਸਟਮ ਹੈ ਸਾਡੇ ਕੋਲ, ਉਹਦੀ ਮਦਦ ਲੈ ਲਓ। ਜੀ ਡਾਕਟਰ ਸਾਹਿਬ, ਦਰਸ਼ਕਾਂ ਦੀ ਜਾਣਕਾਰੀ ਦੱਸਦੀ ਹੈ ਕਿ ਡਾਕਟਰ ਸਾਹਿਬ ਡਬਲ MD ਨੇ, MD ਮੈਡੀਸਨ ਔਰ MD ਪੈਡੀਆਟ੍ਰਿਕਸ, 2 MDਆਂ ਕੀਤੀਆਂ ਹੋਈਆਂ ਇਹਨਾਂ ਨੇ। ਹੋਲਿਸਟਿਕ ਹੈਲਥ ਦੇ ਜਿਹੜੇ ਪਿਛਲੇ ਕਾਫੀ ਲੰਮੇ ਸਮੇਂ ਤੋਂ 3-4 ਸਾਲ ਤੋਂ ਹੋਲਿਸਟਿਕ ਹੈਲਥ ਦੇ ਵਿੱਚ ਕੰਮ ਕਰ ਰਹੇ ਨੇ।
ਔਰ ਇਹਨਾਂ ਦਾ ਬੜਾ ਲੰਮਾ ਤਜਰਬਾ ਹੈਗਾ, 50 ਸਾਲ ਦਾ ਜਿਹੜਾ ਮੈਡੀਕਲ ਪ੍ਰੋਫੈਸ਼ਨ ਦਾ ਤਜਰਬਾ ਹੈਗਾ। ਇਹ ਪਟਿਆਲੇ ਦੇ ਵਿੱਚ ਇਹਨਾਂ ਦਾ ਹਿਮਜ਼ ਸੈਂਟਰ ਹੈਗਾ, ਰਾਜਪੁਰਾ ਰੋਡ ਦੇ ਉੱਤੇ ਉਹਦੇ ਆਪਣਾ ਸਰਹੰਦੀ ਗੇਟ ਦੇ ਬਿਲਕੁਲ ਆਪੋਜ਼ਿਟ ਇਹਨਾਂ ਦਾ ਸੈਂਟਰ ਬਣਿਆ ਹੋਇਆ, ਅਤੇ ਉੱਥੇ ਆ ਕੇ ਤੁਸੀਂ ਆਪਣਾ ਇਹਨਾਂ ਦੀ ਮੈਡੀਕਲ ਐਡਵਾਈਸ ਇਹਨਾਂ ਤੋਂ ਲੈ ਸਕਦੇ ਹੋ ਪਰਸਨਲੀ ਮਿਲ ਕੇ। ਜੀ ਡਾਕਟਰ ਸਾਹਿਬ, ਅਤੇ ਟੇਪਰ ਡਾਊਨ ਕਰਨ ਦੀ ਗੱਲ ਕਰ ਰਹੇ ਸੀ ਆਪਾਂ ਨੇ, ਗੱਲ ਕੀਤੀ ਹੈ ਵੀ ਹੁਣ ਆਪਾਂ ਨੇ ਇਨਸੂਲਿਨ ਦਾ ਕਿਸ ਤਰ੍ਹਾਂ ਆਪਾਂ ਨੇ ਘਟਾਉਣਾ, ਕਿ ਬਲੱਡ ਪ੍ਰੈਸ਼ਰ ਨੇ ਆਪਾਂ ਜਿਹੜੀ ਗੋਲੀਆਂ ਦੀ ਗੱਲ ਵੀ ਕਰ ਲਈਏ ਨਾ, ਗੋਲੀਆਂ ਵੀ ਇੱਦਾਂ ਹੀ ਕਰਨੀਆਂ ਨੇ। ਜਿਹੜੀ ਆਪਾਂ ਗੋਲੀ ਖਾਂਦੇ ਹਾਂ ਬਹੁਤੀ ਵਾਰੀ ਕੀ ਹੁੰਦਾ, ਗੋਲੀਆਂ ਜਿਹੜੀਆਂ ਨੇ ਬਹੁਤੀਆਂ ਨੇ, ਇੱਕ ਕੰਬੀਨੇ ਜਿਹੜੀ ਮੈਟਫਾਰਮਿਨ ਦਵਾਈ ਹੈ ਇਹ ਤਕਰੀਬਨ ਸਾਰੇ ਮਰੀਜ਼ਾਂ ਨੂੰ ਪਾਈ ਹੁੰਦੀ ਹੈ, ਕਿਉਂਕਿ ਇਹਦਾ ਇਸ ਮੈਕੈਨਿਜ਼ਮ ਜਿਹੜਾ ਯਾਨੀ ਕਿ ਬਾਡੀ ਨੂੰ ਗਲੂਕੋਜ਼ ਯੂਜ਼ ਕਰਨ ਲਈ ਸਟਿਮੂਲੇਟ ਕਰਨਾ, ਕਿ ਗਲੂਕੋਜ਼ ਤੇਜ਼ੀ ਨਾਲ ਵਰਤੇ, ਇਹ ਇੱਕੋ ਹੀ ਦਵਾਈ ਹੈ ਮੈਟਫਾਰਮਿਨ। ਬਾਕੀ ਦਵਾਈਆਂ ਦਾ ਮੈਕੈਨਿਜ਼ਮ ਐਕਸ਼ਨ ਅਲੱਗ-ਅਲੱਗ ਹੈ। ਸੋ ਬਹੁਤੀ ਵਾਰੀ ਕੀ ਕਰਦੇ ਆ, ਕੰਬੀਨੇਸ਼ਨ ਬਣਾ ਦਿੰਦੇ ਆ ਮੈਟਫਾਰਮਿਨ ਪਲੱਸ ਇੱਕ ਜਾਂ ਦੋ ਦਵਾਈਆਂ ਹੋਰ, ਤਿੰਨ ਦਵਾਈਆਂ ਦੇ ਕੰਬੀਨੇਸ਼ਨ ਵੀ ਹੈਗੇ ਆ, ਦੋ ਦਵਾਈਆਂ ਦੇ ਕੰਬੀਨੇਸ਼ਨ ਵੀ ਹੈਗੇ ਆ। ਉਹ 'ਚ ਗਲਿਮੀਪ੍ਰਾਈਡ ਹੈ, ਪਾਇਗੋਲੇਟਾਜ਼ੋਨ ਹੈ, ਟੈਨੀਗਲਿਪਟਨ ਹੈ, ਗਾਫਾ ਜਿਹੜੀ ਤੁਹਾਡੀ ਹੈਗੇ ਆ ਉਹ ਉਹਦਾ ਨਾਂ ਕੀ ਦਵਾਈ ਦਾ ਖੋਰਾ, ਤਾਂ ਉਹ ਜਿਹੜੀ ਸਾਰੀਆਂ ਕੰਬੀਨੇਸ਼ਨ ਨੇ ਅਲੱਗ-ਅਲੱਗ ਜਿਹੜੇ ਨੇ ਪਾਏ ਹੁੰਦੇ ਆ। ਸੋ ਉਹਨਾਂ ਦਵਾਈਆਂ ਨੂੰ, ਉਹਨਾਂ ਗੋਲੀਆਂ ਨੂੰ ਕਿਵੇਂ ਕਰਨਾ ਆਪਾਂ ਨੇ, ਉਹ ਗੋਲੀਆਂ ਦਾ ਵੀ ਅਸੂਲ ਰੱਖਣਾ। ਪ੍ਰੈਫਰੇਬਲੀ ਤਾਂ ਸਾਲਟ ਵਾਈਜ਼ ਕਰੋ ਉਹਨੂੰ, ਜਿਹੜੇ ਮੈਟਫਾਰਮਿਨ ਨੂੰ ਲਾਸਟ ਕਰੋ। ਜਿਹੜਾ ਕੋਈ ਵੀ ਹੋਰ ਸਾਲਟ ਹੈ ਉਹਨੂੰ ਪਹਿਲਾਂ ਇਕੱਲੇ ਸਾਲਟ ਨੂੰ ਫੜ ਕੇ, ਜੇ ਮੰਨ ਲਓ 2 ਵਾਰੀ ਗੋਲੀ ਚੱਲ ਰਹੀ ਹੈ ਤਾਂ ਉਹ ਸਾਲਟ ਇੱਕ ਸਾਲਟ ਫੜ ਲਓ, ਉਹ ਬੰਦ ਕਰ ਦਿਓ, ਫਿਰ ਦੂਜਾ ਸਾਲਟ ਫੜ ਲਓ, ਉਹ ਬੰਦ ਕਰ ਦਿਓ, ਫਿਰ ਤੀਜਾ ਮੈਟਫਾਰਮਿਨ 'ਤੇ ਲਾਸਟ 'ਤੇ ਆ ਜਾਓ। ਤਾਂ ਇਸ ਤਰ੍ਹਾਂ ਇਕੱਲੇ ਸਾਲਟ ਨੂੰ ਕਰ ਲਓ। ਜੇ ਸਾਲਟ ਵਾਲੀ ਗੱਲ ਔਖੀ ਲੱਗਦੀ ਹੈ, ਸਾਲਟ ਵਾਲੀ ਗੱਲ 'ਚ ਤੁਹਾਨੂੰ ਕੈਮਿਸਟ ਦੀ ਕੋਆਪਰੇਸ਼ਨ ਲੈਣੀ ਪਏਗੀ। ਬਹੁਤ ਬੰਦੇ ਜਿਹੜੇ ਨੇ ਉਹ ਕਹਿੰਦੇ ਹਾਂਜੀ ਕੈਮਿਸਟ ਮੇਰਾ ਦੋਸਤ ਹੈਗਾ ਅਤੇ ਮੈਨੂੰ ਉਹ ਗਾਈਡ ਕਰੇਗਾ। ਕੈਮਿਸਟ ਤਾਂ ਅਸੀਂ ਲਿਖ ਦਿੰਦੇ ਹਾਂ ਉੱਤੇ ਨੰਬਰ 1 2 3 4 5 ਪਾ ਦਿੰਦੇ ਹਾਂ ਵੀ ਸਭ ਤੋਂ ਪਹਿਲਾਂ ਇਹਨੂੰ ਬੰਦ ਘਟਾਉਣਾ, ਫਿਰ ਇਹਨੂੰ ਬੰਦ ਕਰਨਾ, ਫਿਰ ਇਹਨੂੰ ਬੰਦ ਕਰਨਾ, ਸਾਡੇ ਪਰਚੀ ਦੇ ਉੱਪਰ ਲਿਖਿਆ ਹੁੰਦਾ। ਤਾਂ ਉੱਦਾਂ ਬੰਦ ਕੀਤੀ ਜਾ ਸਕਦੀ ਹੈ। ਜਾਂ ਫਿਰ ਨਹੀਂ ਕੋਈ ਸਮਝ ਆ ਰਹੀ ਤਾਂ ਫਿਰ ਗੋਲੀ ਨੂੰ ਅੱਧੀ ਕਰ ਲਓ, ਜਿਹੜੀ ਪੂਰੀ ਖਾ ਰਹੇ ਹੋ ਅੱਧੀ ਕਰ ਲਓ, 2 ਵਾਰੀ ਖਾ ਰਹੇ ਹੋ 1 ਵਾਰੀ ਕਰ ਲਓ। ਜੇ ਕੋਈ ਬਹੁਤ ਹੀ ਤੁਸੀਂ ਸਾਵਧਾਨ ਰਹਿਣਾ ਤਾਂ ਇੱਕ ਦਿਨ ਛੱਡ ਕੇ ਖਾ ਕੇ ਇੱਕ ਫਿਰ ਟੈਸਟ ਕਰ ਲਓ। ਸੋ ਇਸ ਤਰ੍ਹਾਂ ਤੁਸੀਂ ਟੋਟਲ ਮਸਲਾ ਕੀ ਹੈ ਕਿ ਹੌਲੀ ਟੈਸਟ ਘਟਾਉਣਾ, ਹੌਲੀ ਘਟਾਉਣਾ, ਇੱਕਦਮ ਨਹੀਂ ਘਟਾਉਣਾ। ਇੱਕਦਮ ਇੱਕ ਦਵਾਈਆਂ ਬੰਦ ਕਰ ਦਾਂਗੇ ਤਾਂ ਕਈ ਵਾਰੀ ਸ਼ੂਗਰ ਇੱਕਦਮ ਸ਼ੂਟ ਅਪ ਕਰ ਜਾਏਗੀ। ਉਹਦੇ ਨਾਲ ਨੁਕਸਾਨ ਕੋਈ ਨਹੀਂ ਹੋਣਾ, ਡਰਨ ਦੀ ਲੋੜ ਨਹੀਂ ਹੈ। ਹਾਈ ਸ਼ੂਗਰ ਕਦੇ ਵੀ ਫੌਰੀ ਨੁਕਸਾਨ ਨਹੀਂ ਕਰਦੀ, ਲੋ ਸ਼ੂਗਰ ਨੁਕਸਾਨ ਕਰਦੀ ਹੈ। ਸੋ ਹਮੇਸ਼ਾ ਹੀ ਯਾਦ ਰੱਖਣਾ ਹੈ ਕਿ ਜਿਹੜਾ ਆਪਣੇ ਮਨ 'ਚ ਬਹੁਤ ਸਾਵਧਾਨ ਰਹਿਣਾ, ਉਹ ਲੈਣਾ ਲੋ ਸ਼ੂਗਰ ਤੋਂ। ਹਾਈ ਸ਼ੂਗਰ ਦੀ ਰੀਡਿੰਗ 1 ਦਿਨ 2 ਦਿਨ 4 ਦਿਨ 'ਚ ਕੁਛ ਨਹੀਂ ਕਹਿੰਦੀ, ਜੋ ਲਗਾਤਾਰ ਜ਼ਿਆਦਾ ਰਹੇਗੀ ਤਾਂ ਜਾ ਕੇ ਉਹ ਨੁਕਸਾਨ ਕਰੇਗੀ। ਉਸ ਤੋਂ ਅੱਗੇ ਆ ਜੀ ਆਪਾਂ ਮੇਰੇ ਖਿਆਲ BP ਵਾਲੀ ਗੱਲ ਆਪਾਂ ਵੱਖਰੀ ਕਰ ਲਈਏ। ਅੱਜ ਆ ਜੀ ਕਿ ਇਹਦਾ ਬਦਲ ਕੀ ਹੈ ਸਾਡੇ ਕੋਲ। ਆਪਾਂ ਸ਼ੂਗਰ 'ਤੇ ਅੱਜ ਸੀਮਤ ਰੱਖਦੇ ਹਾਂ, ਉਹ ਕਾਫੀ ਲੰਬੀ ਹੋ ਗਈ ਹੈ। ਤਾਂ ਆਪਾਂ ਸ਼ੂਗਰ 'ਤੇ ਅੱਜ ਕਰਦੇ ਹਾਂ, ਅਤੇ ਸ਼ੂਗਰ ਦਾ ਜਿਹੜੀ ਅਸੀਂ ਗੋਲੀਆਂ ਬੰਦ ਕਰਾ ਰਹੇ ਹਾਂ ਜਾਂ ਟੀਕੇ ਬੰਦ ਕਰਾ ਰਹੇ ਹਾਂ, ਹੁਣ ਅਸੀਂ ਇਹਦਾ ਬਦਲ ਕੀ ਹੈ, ਅਸੀਂ ਕਿਸ ਬੇਸ 'ਤੇ ਕਹਿ ਰਹੇ ਹਾਂ ਕਿ ਤੁਹਾਡੀ ਸ਼ੂਗਰ ਘਟ ਜਾਏਗੀ। ਸੋ ਉਹਦਾ ਬਦਲ ਕੀ ਸਾਡੇ ਕੋਲੇ ਬਹੁਤ ਹੀ ਸੁੰਦਰ ਬਦਲ ਹੈ ਕਿ ਅਸੀਂ 2 ਚੀਜ਼ਾਂ ਬੰਦ ਕਰਾਉਂਦੇ ਹਾਂ, ਦੁੱਧ ਅਤੇ ਕਣਕ, ਜਿਹੜੇ ਸਭ ਤੋਂ ਨੋਟੋਰੀਅਸ ਨੇ ਸ਼ੂਗਰ ਵਧਾਉਣ ਲਈ। ਦੁੱਧ ਅਤੇ ਕਣਕ ਅਸੀਂ ਬੰਦ ਕਰਾ ਦਿੰਦੇ ਹਾਂ। 2 ਗੱਲਾਂ। ਤੀਜੀ ਗੱਲ ਅਸੀਂ ਕਹਿੰਦੇ ਹਾਂ ਕਿ ਚੀਨੀ ਬੰਦ ਕਰਨੀ ਹੈ, ਅਤੇ ਕੋਈ ਵੀ ਉਹ ਖਾਣਾ ਜਿਵੇਂ ਚਿੱਟੇ ਚੌਲ ਨੇ, ਮਿਠਾਈਆਂ ਨੇ, ਤੁਹਾਡੇ ਆਈਸਕ੍ਰੀਮਾਂ ਨੇ, ਕੇਕਸ ਨੇ, ਕੋਲਡ ਡਰਿੰਕਸ ਨੇ, ਜੂਸਿਸ ਨੇ, ਜਿਹੜੇ ਬੋਤਲ ਵਾਲੇ ਜੂਸਿਸ, ਬ੍ਰੈਡਸ ਨੇ, ਇਹ ਸਾਰੇ ਬੰਦ ਕਰਨੇ ਆ। ਕਿਉਂਕਿ ਸਾਰੇ ਦੇ ਸਾਰੇ 'ਚ ਕੀ ਔਗਣ ਹੈ ਕਿ ਸਾਰੇ ਦੇ ਸਾਰੇ ਸ਼ੂਗਰ ਨੂੰ ਇੱਕਦਮ ਚੱਕਦੇ ਆ, ਅਤੇ ਕਦੀ ਉੱਪਰ ਕਦੀ ਥੱਲੇ, ਕਦੀ ਉੱਪਰ ਕਦੀ ਥੱਲੇ। ਇਹ ਮਤਲਬ ਸ਼ੂਗਰ ਟਿਕ ਕੇ ਬੈਠਦੀ ਨਹੀਂ ਤਾਂ ਸ਼ੂਗਰ ਦਾ ਕੁਦਰਤ ਦਾ ਵਰਤਾਰਾ ਕੀ ਹੈ, ਸ਼ੂਗਰ ਹੌਲੀ ਉੱਪਰ ਜਾਣੀ ਚਾਹੀਦੀ ਹੈ, ਫਿਰ ਹੌਲੀ ਥੱਲੇ ਆਉਣੀ ਚਾਹੀਦੀ ਹੈ, ਤਾਂ ਕਿ ਉਹ 6 ਘੰਟੇ ਜਿਹੜਾ ਤੁਸੀਂ ਖਾਣਾ ਨਹੀਂ ਖਾ ਰਹੇ, ਉਹ ਤੁਹਾਡੀ 6 ਘੰਟੇ ਦੀ ਤੁਹਾਨੂੰ ਕਦੀ ਮਹਿਸੂਸ ਨਾ ਹੋਵੇ ਵੀ ਮੈਨੂੰ ਸ਼ੂਗਰ ਦੀ ਘਾਟ ਹੈ। ਤਾਂ ਉੱਦਾਂ ਦੇ ਖਾਣੇ ਖਾਣੇ ਆ। ਉਹ ਖਾਣੇ ਕਿਹੜੇ ਨੇ? ਉਹ ਖਾਣੇ ਨੇ ਫਲ, ਸਲਾਦ, ਡਰਾਈ ਫਰੂਟਸ, ਤੁਹਾਡੇ ਉਸ ਤੋਂ ਬਾਅਦ ਆ ਗਏ ਸਪਰਾਊਟਸ। ਕੁਛ ਕੱਚੇ ਨੇ, ਕੁਛ ਪੱਕੇ ਨੇ। ਕੱਚੇ ਖਾਣੇ 'ਚ ਜਿਹੜੇ ਨੇ, ਇੱਕ ਫਰੂਟਸ ਤੋਂ ਨਹੀਂ ਡਰਨਾ। ਇੱਕ ਗੱਲ ਜਿਹੜੀ ਆਪਾਂ ਭੁੱਲ ਚੱਲੇ ਸੀਗੇ ਕਿ ਫਲ ਜਿਹੜੇ ਨੇ ਇਹ ਸ਼ੂਗਰ ਨਹੀਂ ਕਰਦੇ, ਇਹ ਸ਼ੂਗਰ ਵਾਲੇ ਮਰੀਜ਼ ਨੂੰ ਨੁਕਸਾਨ ਨਹੀਂ ਕਰਦੇ। ਫਲ ਖਾਣੇ ਆ, ਮਿੱਠੇ ਜਿੰਨੇ ਮਰਜ਼ੀ ਉਹ ਮਿੱਠੇ ਹੋਣ, ਕੋਈ ਦਿੱਕਤ ਨਹੀਂ ਹੈ, ਕਿਉਂਕਿ ਫਲ ਅਲਟੀਮੇਟਲੀ ਸ਼ੂਗਰ ਨੂੰ ਠੀਕ ਕਰਦੇ ਆ।
ਫਲਾਂ ਨਾਲ ਜਿਹੜੀ ਬਾਡੀ ਦੀ ਫਿਜ਼ੀਓਲੋਜੀ ਹੈ, ਬਾਡੀ ਦਾ ਮੈਟਾਬੋਲਿਜ਼ਮ ਹੈ, ਉਹ ਸਾਰੇ ਦਾ ਸਾਰਾ, ਕਿਉਂਕਿ ਇਹਦੇ 'ਚ ਫਰਕਟੋਜ਼ ਹੁੰਦੀ ਹੈ, ਸਿੱਧੀ ਗਲੂਕੋਜ਼ ਨਹੀਂ ਹੁੰਦੀ, ਸਿੱਧੀ ਗਲੂਕੋਜ਼ ਬਹੁਤ ਥੋੜੀ ਹੁੰਦੀ ਹੈ, ਫਰਕਟੋਜ਼ ਹੁੰਦੀ ਜ਼ਿਆਦਾ। ਫਰਕਟੋਜ਼ ਜਿਹੜੀ ਹੈ ਬਾਡੀ ਹੋਲਡ ਕਰ ਲੈਂਦੀ ਹੈ। ਬਾਡੀ ਕੋਲ ਇੱਕ ਇਹੋ ਜਿਹਾ ਮੈਕੈਨਿਜ਼ਮ ਹੈ ਕਿ ਬਾਡੀ ਫਰਕਟੋਜ਼ ਨੂੰ ਹੋਲਡ ਕਰਕੇ ਰੱਖਦੀ ਹੈ ਜਦ ਤੱਕ ਬਾਡੀ ਨੂੰ ਲੋੜ ਨਹੀਂ ਹੈ। ਜਿੰਨੀ ਕੁ ਨੂੰ ਲੋੜ ਹੁੰਦੀ ਹੈ ਉਹਨੂੰ, ਉਨੀ ਕੁ ਨੂੰ ਉਹ ਦਿੰਦੀ ਰਹਿੰਦੀ ਹੈ। ਜੇ ਉਹਦੇ ਕੋਲ ਜ਼ਿਆਦਾ ਤੁਸੀਂ ਫਲ ਖਾ ਲਓਗੇ, ਪਹਿਲੀ ਗੱਲ ਤਾਂ ਜ਼ਿਆਦਾ ਫਲ ਖਾ ਹੀ ਨਹੀਂ ਜਾਂਦੇ, ਜੇ ਤੁਸੀਂ ਖਾਣ ਦੀ ਕੋਸ਼ਿਸ਼ ਵੀ ਕਰੋਗੇ ਤਾਂ ਵੀ ਨਹੀਂ ਖਾ ਸਕਦੇ, ਉਹ ਪੱਟੀਆਂ ਲੱਗ ਜਾਣਗੀਆਂ। ਅਤੇ ਜੇ ਤੁਸੀਂ ਖਾ ਵੀ ਲਓਗੇ ਤਾਂ ਬਾਡੀ ਫਰਕਟੋਜ਼ ਜਿਹੜੀ ਹੈ ਉਹ ਬਾਹਰ ਕੱਢਣ ਦੀ ਕਪੈਸਿਟੀ ਰੱਖਦੀ ਹੈ, ਚਾਹੇ ਉਹ ਪੱਟੀ 'ਚੋਂ ਕੱਢ ਦੇ, ਚਾਹੇ ਸੁਸੂ 'ਚੋਂ ਕੱਢ ਦੇ, ਚਾਹੇ ਉਹ ਪਸੀਨੇ 'ਚੋਂ ਕੱਢ ਦੇਵੇ। ਅਤੇ ਇਸ ਕਰਕੇ ਫਲਾਂ ਤੋਂ ਨਹੀਂ ਡਰਨਾ। ਸਲਾਦ ਔਰ ਫਲ, ਔਰ ਹਰ ਵਾਰੀ ਪੱਕਿਆ ਹੋਇਆ ਖਾਣਾ ਖਾਣ ਤੋਂ ਪਹਿਲਾਂ ਕੱਚਾ ਖਾਣਾ ਜ਼ਰੂਰ ਖਾਣਾ, ਕਿਉਂਕਿ ਕੱਚੇ ਖਾਣੇ ਦੇ ਅੰਦਰ ਫਾਈਬਰ ਹੁੰਦੀ ਹੈ। ਉਹ ਫਾਈਬਰ ਦੇ ਅੰਦਰ ਗੁਣ ਨੇ ਕਿ ਪੱਕੇ ਹੋਏ ਖਾਣੇ ਦੇ ਅੰਦਰ ਤੁਹਾਡੀ ਸ਼ੂਗਰ ਤੁਹਾਡੀ ਬੋਡੀ ਹੋਊਗੀ ਤਾਂ ਉਹ ਫਾਈਬਰ ਜਿਹੜੀ ਉਹਦੇ ਨਾਲ ਰਲ ਜਾਏਗੀ ਤਾਂ ਉਹਨੂੰ ਉਹ ਰੋਕ ਲਏਗੀ। ਜਿਸ ਤਰ੍ਹਾਂ ਸਾਡੇ ਪੁਰਾਣੇ ਇੱਕ ਰਿਵਾਜ ਹੁੰਦਾ ਸੀਗਾ ਕਿ ਸ਼ੱਕਰ 'ਚ ਘਿਓ ਪਾ ਕੇ ਖਾਣਾ, ਮਤਲਬ ਕਿੱਡਾ ਕਮਾਲ ਦਾ ਸਾਡੇ ਬਜ਼ੁਰਗਾਂ ਨੂੰ ਸੈਂਸ ਸੀਗੀ ਕਿ ਸ਼ੱਕਰ ਪਲੇਨ ਨਾ ਖਾਓ, ਘਿਓ ਪਾ ਲਓ, ਕਿਉਂਕਿ ਉਹ ਕੀ ਕਰਦਾ ਸੀਗਾ ਕਿ ਉਹਨੂੰ ਬਾਈਂਡ ਕਰ ਲੈਂਦਾ ਸੀ ਸ਼ੱਕਰ ਨੂੰ, ਅਤੇ ਸ਼ੱਕਰ ਨੂੰ ਰਿਲੀਜ਼ ਨਹੀਂ ਸੀ ਹੋਣ ਦਿੰਦਾ, ਅਤੇ ਹੌਲੀ ਹੌਲੀ ਰਿਲੀਜ਼ ਹੁੰਦੀ ਸੀ ਉਹ। ਅਤੇ ਜਦੋਂ ਸ਼ੱਕਰ ਪਲੇਨ ਖਾਓਗੇ ਤਾਂ ਇੱਕਦਮ ਸ਼ੂਟ ਅਪ ਕਰੇਗੀ, ਜਦੋਂ ਸ਼ੱਕਰ ਘਿਓ ਪਾ ਕੇ ਖਾਓਗੇ ਤਾਂ ਹੌਲੀ ਹੌਲੀ ਕਰੇਗੀ। ਸੋ ਇੱਦਾਂ ਹੀ ਜਿਹੜਾ ਕੱਚਾ ਖਾਣਾ ਹੈ, ਫਲ ਨੇ, ਸਲਾਦ ਹੈ, ਜਿਹੜਾ ਹੈ ਉਹ ਜਿਹੜੇ ਉਹ ਕੱਚੇ ਖਾਣੇ ਹੁੰਦੇ ਆ, ਉਹਦੇ 'ਚ ਫਾਈਬਰ ਹੁੰਦੀ ਹੈ। ਜਾਂ ਮਿਲਟਸ ਨੇ, ਮਿਲਟਸ ਦੇ ਵਿੱਚ ਵੀ ਇਹੀ ਗੁਣ ਨੇ ਕਿ ਮਿਲਟਸ ਦੇ ਅੰਦਰ ਫਾਈਬਰ ਬਹੁਤ ਜ਼ਿਆਦਾ ਹੈ। ਬਾਕੀ ਭੋਜਨ ਵੀ ਸੰਤੁਲਿਤ ਹੈ, ਮਿਲਟ ਦੇ ਅੰਦਰ ਫਾਈਬਰ ਬਹੁਤ ਜ਼ਿਆਦਾ ਹੈ। ਔਰ ਮਿਲਟ ਦਾ ਜਿਹੜਾ ਸਟਾਰਚ ਹੈ ਉਹ ਸਪਾਇਰਲ ਸ਼ੇਪ 'ਚ ਹੁੰਦਾ, ਯਾਨੀ ਕਿ ਫਾਈਬਰ ਦੀ ਸਪਾਇਰਲ ਬਣੀ ਹੋਈ ਹੈ, ਸਪਰਿੰਗ ਬਣਿਆ ਹੋਇਆ, ਉਹਦੇ ਅੰਦਰ ਸਟਾਰਚ ਲੱਗੀ ਹੋਈ ਹੈ। ਜਿਵੇਂ ਜਿਵੇਂ ਉਹ ਫਾਈਬਰ ਹਜਮ ਹੁੰਦਾ ਹੈ ਅਤੇ ਉਹ ਸਪਰਿੰਗ ਖੁੱਲ੍ਹਦਾ ਹੈ, ਤਿਵੇਂ ਤਿਵੇਂ ਉਹ ਜਿਹੜੀ ਸਟਾਰਚ ਹੈ ਉਹ ਖੂਨ 'ਚ ਜਾਂਦੀ ਹੈ, ਉਹ ਜਾ ਕੇ ਤੰਤਰੀਆਂ ਜਾਂਦੀ ਤਾਂ ਉੱਥੋਂ ਗਲੂਕੋਜ਼ ਬਣਦੀ ਹੈ। ਸੋ ਉਹਦੇ ਨਾਲ ਕੀ ਹੁੰਦਾ ਕਿ ਸ਼ੂਗਰ ਬਹੁਤ ਹੌਲੀ 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 ਵੱਧਦੀ ਹੈ ਅਤੇ ਹੌਲੀ ਹੌਲੀ ਫਿਰ ਥੱਲੇ ਜਾਂਦੀ ਹੈ। ਸੋ ਸਰੀਰ ਨੂੰ ਇਹ ਚਾਹੀਦਾ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਸ਼ੂਗਰ ਨੂੰ ਬਿਮਾਰੀਆਂ ਤੋਂ, ਦਵਾਈਆਂ ਤੋਂ ਬਿਨਾਂ ਠੀਕ ਕਰਨਾ, ਪਹਿਲੀ ਗੱਲ ਤਾਂ ਸ਼ੂਗਰ ਮੁਕਤ ਰਹਿਣਾ ਸਭ ਤੋਂ ਪਹਿਲਾਂ ਵਧੀਆ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਕਿ ਜੇ ਤੁਸੀਂ ਸ਼ੂਗਰ ਦੀ ਬਿਮਾਰੀ ਤੋਂ ਬਚਣਾ, ਕਿਉਂਕਿ ਅਸੀਂ ਸਾਰੇ ਸ਼ੂਗਰ ਦੇ ਮਰੀਜ਼ ਹੋਣ ਦੇ ਰਾਹ ਪਏ ਹੋਏ, ਸਾਡੀਆਂ ਕਰਤੂਤਾਂ ਜਿਹੜੀਆਂ ਨੇ, ਸਾਡੀਆਂ ਹਰਕਤਾਂ ਜਿਹੜੀਆਂ ਨੇ, ਸਾਡਾ ਖਾਣ ਪੀਣ ਅਤੇ ਸਾਡਾ ਲਾਈਫ ਸਟਾਈਲ ਜਿਹੜਾ ਸਾਰਾ ਸ਼ੂਗਰ ਵਾਲਾ, ਕਿ ਸਾਨੂੰ ਸ਼ੂਗਰ ਦੇ ਅਸੀਂ ਪੂਰੀ ਵਾਹ ਲਾ ਰਹੇ ਹਾਂ ਵੀ ਸਾਨੂੰ ਸਭ ਨੂੰ ਸ਼ੂਗਰ ਹੋ ਜਾਏ। ਉਹ ਵੱਖਰੀ ਗੱਲ ਹੈ ਵੀ ਕੁਛ ਨਾ ਕੁਛ ਬੰਦੇ ਨੇਚਰ ਨੂੰ ਅਲੱਗ ਅਲੱਗ ਢੰਗਾਂ ਨਾਲ ਬਚਾ ਲੈਂਦੀ ਹੈ, ਜਾਂ ਕੁਛ ਲੋਕਾਂ ਦੀਆਂ ਕੁਛ ਚੰਗੀਆਂ ਆਦਤਾਂ ਵੀ ਨਾਲ ਹੁੰਦੀਆਂ ਨੇ, ਮਾੜੀਆਂ ਵੀ ਹੁੰਦੀਆਂ ਨੇ। ਕੁਛ ਚੰਗੀਆਂ ਆਦਤਾਂ ਵੀ ਬੰਦਾ ਖਾ ਵੀ ਭੈੜਾ ਰਿਹਾ ਲੇਕਿਨ ਐਕਸਰਸਾਈਜ਼ ਬਹੁਤ ਕਰ ਰਿਹਾ, ਉਹ ਇੱਦਾਂ ਦੇ ਵੀ ਹੁੰਦਾ ਕੁਛ ਨਾ ਕੁਛ ਵਰਤਾਰਾ ਜਿਹੜਾ ਕਿ ਸਾਨੂੰ ਬਚਾ ਲੈਂਦਾ। ਤਾਂ ਉਹਦੇ 'ਚ ਸਭ ਤੋਂ ਵਧੀਆ ਕਿ ਇਹੋ ਜਿਹੇ ਖਾਣੇ ਖਾਈਏ ਆਪਾਂ ਜਿਹਦੇ 'ਚ ਸ਼ੂਗਰ ਜਿਹੜੀ ਹੈ ਉਹ ਵਧੇ ਹੀ ਨਾ, ਅਤੇ ਸ਼ੂਗਰ ਦਾ ਸਰੀਰ ਸਾਡਾ ਸ਼ੂਗਰ ਮੁਕਤ ਰਹੇ। ਜਾਂ ਫਿਰ ਜੇ ਹੋ ਗਈ ਹੈ ਸ਼ੂਗਰ ਤਾਂ ਫਿਰ ਆਪਣਾ ਖਾਣਾ ਆਪਣੇ ਠੀਕ ਕਰ ਲਈਏ, ਆਪਣਾ ਰਹਿਣਾ ਸਹਿਣਾ ਠੀਕ ਕਰ ਲਈਏ, ਅਤੇ ਵਰਜਿਸ਼ ਜ਼ਰੂਰ ਕਰਨੀ ਹੈ। ਵਰਜਿਸ਼ ਜਿਹੜੀ ਹੈ ਹਰ ਬੰਦੇ ਨੂੰ ਕਰਨੀ ਚਾਹੀਦੀ ਹੈ, ਕਿਉਂਕਿ ਸਾਡਾ ਸਰੀਰ ਜਿਹੜਾ ਬਣਿਆ ਹੋਇਆ ਉਹ ਬਣਿਆ ਹੀ ਮੁਸ਼ੱਕਤ ਦੇ ਨਜ਼ਰੀਏ ਤੋਂ ਹੋਇਆ। ਜੇ ਸਾਡਾ ਸਰੀਰ ਮਸਲ ਸਾਡੇ ਕੰਮ ਕਰਦੇ ਰਹਿਣਗੇ ਤਾਂ ਸਾਡਾ ਸਰੀਰ ਵਧੀਆ ਕੰਮ ਕਰਦਾ ਰਹੇਗਾ, ਸ਼ੂਗਰ ਵੀ ਯੂਜ਼ ਕਰੇਗਾ, ਇਨਸੂਲਿਨ ਨੂੰ ਵੀ, ਸਾਰੇ ਕੰਮ ਠੀਕ ਠਾਕ ਹੁੰਦੇ ਰਹਿਣਗੇ। ਆਪਣੇ ਅੰਦਰ ਇੱਕ ਡਾਕਟਰ ਬੈਠਾ ਹੁੰਦਾ, ਉਹਨੂੰ ਸਭ ਪਤਾ ਵੀ ਕਿਵੇਂ ਕਰਨਾ। ਬਸ ਸਾਨੂੰ ਉਹਦੇ ਨਾਲ ਕੋਆਪਰੇਟ ਕਰਨਾ ਬਹੁਤ ਜ਼ਰੂਰੀ ਹੈ ਕਿ ਠੀਕ ਖਾਣਾ, ਵਰਜਿਸ਼ ਜਿਹੜੀ ਹੈ, ਜਾਂ ਕੰਮ ਫਿਜ਼ੀਕਲ ਕੰਮ ਕਰੋ ਜਾਂ ਵਰਜਿਸ਼ ਕਰੋ। ਸਾਡਾ ਸਰੀਰ ਬਣਿਆ ਇਸ ਹਿਸਾਬ ਨਾਲ ਹੋਇਆ, ਵਿਹਲੜਪੁਣੇ ਦੇ ਹਿਸਾਬ ਨਾਲ ਸਰੀਰ ਬਣਿਆ ਨਹੀਂ ਹੋਇਆ। ਤੁਸੀਂ ਸਰੀਰ ਨੂੰ ਵਿਹਲਾ ਛੱਡੋਗੇ ਤਾਂ ਬਿਮਾਰ ਹੋ ਜਾਏਗਾ, ਸਿੱਧਾ ਹੀ ਬਿਮਾਰ ਹੋ ਜਾਏਗਾ। ਉਸ ਤੋਂ ਬਾਅਦ ਜਿਹੜਾ ਆਪਣੇ ਮਨ ਦੇ ਅੰਦਰ ਸਟ੍ਰੈਸ ਬਹੁਤ ਸ਼ੂਗਰ ਵਧਾਉਂਦਾ, ਸਟ੍ਰੈਸ ਨੂੰ ਵੀ ਕੰਟਰੋਲ ਕਰਕੇ ਰੱਖਣਾ। ਜਿਹੜਾ ਸਟ੍ਰੈਸ ਨੂੰ ਕੰਟਰੋਲ ਕਰਨ ਦੇ ਅਸੀਂ ਬਹੁਤ ਸਾਰੇ ਤਰੀਕੇ ਸਿਖਾ ਰਹੇ ਹਾਂ ਮਰੀਜ਼ਾਂ ਨੂੰ, ਕਿਵੇਂ ਖੁਸ਼ ਰਹਿਣਾ ਹੈ, ਕਿਵੇਂ ਸਟ੍ਰੈਸ ਮੁਕਤ ਰਹਿਣਾ ਹੈ, ਕਿਵੇਂ ਆਪਣੇ ਮਾਈਂਡ ਨੂੰ ਕਲੀਨ ਕਰਨਾ। ਬਹੁਤ ਸਾਰੇ ਮਰੀਜ਼ ਸਾਡੇ ਕੋਲ ਆਉਂਦੇ ਆ ਜਿਹੜੇ ਸ਼ੂਗਰ ਦੇ ਮਰੀਜ਼ ਹੁੰਦੇ ਆ, ਪਰ ਉਹ ਕਹਿੰਦੇ ਜੀ ਮੇਰਾ ਤਾਂ ਦਿਮਾਗ ਜਿਹੜਾ ਸਾਰਾ ਦਿਨ ਚੱਲੀ ਜਾਂਦਾ, ਕੁਛ ਨਾ ਕੁਛ ਭੜਥੂ ਪਿਆ ਹੀ ਰਹਿੰਦਾ। ਤਾਂ ਉਹਦੇ ਵੀ ਅਸੀਂ ਤਰੀਕੇ ਦੱਸਦੇ ਹਾਂ, ਉਹਦੀ ਡੀਪ ਬਰੀਥਿੰਗ ਦੱਸਦੇ ਹਾਂ, ਮੈਡੀਟੇਸ਼ਨ ਦੱਸਦੇ ਹਾਂ। ਸੋ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੱਸਦੇ ਹਾਂ। ਅਤੇ ਬਹੁਤ ਸਾਰੇ ਜਿਹੜੇ ਦਵਾ ਪੌਦੇ ਨੇ ਉਹ ਵੀ ਦੱਸਦੇ ਹਾਂ। ਇਹਦੇ 'ਚ ਸ਼ੂਗਰ ਦੇ ਅੰਦਰ ਬਹੁਤ ਪਿਆਰੇ ਦਵਾ ਪੌਦੇ ਨੇ ਜਿਹੜੇ ਸ਼ੂਗਰ ਨੂੰ ਕੰਟਰੋਲ ਕਰਦੇ ਹਾਂ। ਉਹਦੇ ਥੋੜ੍ਹਾ ਸਭ ਤੋਂ ਵਧੀਆ ਜਾਮਣ ਹੈ। ਜਾਮਣ ਦੀਆਂ ਗਿਟਕਾਂ ਆਪਾਂ ਨੂੰ ਪਤਾ ਮਸ਼ਹੂਰ ਨੇ। ਜਾਮਣ ਦੀਆਂ ਗਿਟਕਾਂ ਹੈ, ਕਰੇਲਾ ਹੈ, ਗਲੋ ਹੈ, ਤੁਹਾਡੇ ਜਿਹੜੀ ਹੈ ਗੁੜਮਾਰ ਹੈ, ਕਿੰਨੀਆਂ ਹੀ ਹੋਰ ਚੀਜ਼ਾਂ ਜਿਹੜੀਆਂ ਨੇ ਤੁਹਾਡੀਆਂ ਚੀਜ਼ਾਂ ਨੇ ਜਿਹੜੀਆਂ ਕਿ ਸ਼ੂਗਰ ਨੂੰ ਕੰਟਰੋਲ ਕਰਦੀਆਂ ਨੇ। ਜਿਵੇਂ ਪਨੀਰ ਡੋਡੀ ਹੈ, ਗਲੋ ਵੀ ਇਵੇਂ ਕਰਦੀ ਹੈ ਕੰਟਰੋਲ। ਹਲਦੀ ਹੈ।
ਤਾਂ ਸਾਰੀਆਂ ਜਿਹੜੀਆਂ ਨੇ ਅਸ਼ਵਗੰਧਾ ਤੇ ਸ਼ਿਲਾਜੀਤ ਇਹ ਵੀ ਜਿਹੜੇ ਕੰਟਰੋਲ ਕਰਦੇ ਕਿਉਂਕਿ ਉਹ ਅਡੈਪਟੋਜਨ ਹੁੰਦੀਆਂ ਨੇ ਇਹ। ਹਾਂ ਅਸ਼ਵਗੰਧਾ ਸ਼ਿਲਾਜੀਤ ਤਾਂ ਖੈਰ ਓਵਰਆਲ ਸਾਰੇ ਨਰਵਸ ਸਿਸਟਮ ਨੂੰ ਕੰਟਰੋਲ ਕਰਦੇ ਨੇ। ਖੈਰ ਸਾਰੀਆਂ ਜਿਹੜੀਆਂ ਇੱਦਾਂ ਅਡੈਪਟੋਜਨ ਵੀ ਬੈਲੈਂਸ ਕਰਦੇ ਬਿਲਕੁਲ ਇਹਨਾਂ ਦੇ ਸਭ ਦੇ ਰੋਲ ਹੁੰਦੇ ਇੱਦਾਂ ਜਿਹੜੀ ਆਪਾਂ ਬੋਲਦੇ ਵੀ ਆ ਨਾ ਜਦੋਂ ਕਦੇ ਵੀ ਆਪਾਂ ਫਲਾਣੀ ਚੀਜ਼ ਇਕੱਲੇ ਸ਼ੂਗਰ ਵਾਸਤੇ ਇੱਦਾਂ ਨਹੀਂ ਹੁੰਦਾ। ਜਿਹੜੇ ਇਹ ਪਲਾਂਟ ਨਿਊਟ੍ਰੀਐਂਟਸ ਨੇ ਇਹਨਾਂ ਦੀ ਬੜੀ ਪਿਆਰੀ ਗੱਲ ਹੈ ਕਿ ਇਹ ਮਲਟੀਪਲ ਢੰਗ ਨਾਲ ਕੰਮ ਕਰਦੇ ਆ, ਮਲਟੀਪਲ ਢੰਗ ਨਾਲ ਕੰਮ ਕਰਦੇ ਆ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ। ਸੋ ਅੱਜ ਜਿਹੜੀ ਆਪਾਂ ਮੈਂ ਸਮ ਅਪ ਕਰਦੇ ਹਾਂ ਸਾਰੀ ਗੱਲ ਨੂੰ ਕਿ ਆਪਾਂ 5-7 ਗੱਲਾਂ ਜਿਹੜੀਆਂ ਕੀਤੀਆਂ ਨੇ ਉਹਨੂੰ ਸਮ ਅਪ ਕਰਦੇ ਹਾਂ ਤਾਂ ਕਿ ਦੋਸਤਾਂ ਨੂੰ ਉਹਦਾ ਪੂਰਾ ਫਾਇਦਾ ਹੋ ਸਕੇ। ਪਹਿਲੀ ਗੱਲ ਤਾਂ ਇਹ ਹੈ ਵੀ ਸ਼ੂਗਰ ਦਵਾਈਆਂ ਨਾਲ ਟੀਕਿਆਂ ਨਾਲ ਜਿਹੜੀ ਟਰੀਟ ਕਰਨੀ ਹੈ ਇਹ ਬੜਾ ਨਿਖਿੱਧ ਤਰੀਕਾ ਹੈ ਕਿ ਕੋਈ ਵੀ ਮਰੀਜ਼ ਤੁਹਾਨੂੰ ਮਿਲ ਜਾਂਦਾ ਹੈ ਜਿਹੜਾ ਕਿ ਸ਼ੂਗਰ ਦੀਆਂ ਗੋਲੀਆਂ ਖਾ ਕੇ ਜਾਂ ਟੀਕਾ ਲਾ ਕੇ ਸ਼ੂਗਰ ਨੂੰ ਠੀਕ ਰੱਖ ਰਿਹਾ, ਉਹਨੂੰ ਕਹੋ ਭਾਈ ਸਾਹਿਬ ਤੁਸੀਂ ਗਲਤ ਰਾਹ 'ਤੇ ਹੋ, ਤੁਸੀਂ ਇੱਦਾਂ ਕਰੀ ਵੀ ਜਾਓਗੇ ਤਾਂ ਤੁਹਾਨੂੰ ਕੋਈ ਤੁਹਾਡੇ ਪੱਲੇ ਨਹੀਂ ਪੈਣਾ। ਤੁਹਾਡੇ ਅੰਦਰੋਂ ਅੰਗ ਜਿਹੜੇ ਨੇ ਤੁਹਾਡੀ ਜਿਹੜੀ ਦਾਤੀ ਹੈ ਸ਼ੂਗਰ ਦੀ ਉਹ ਚੱਲ ਰਹੀ ਹੈ। ਤੁਸੀਂ ਜਿੰਨੇ ਮਰਜ਼ੀ ਗੋਲੀਆਂ ਖਾ ਕੇ ਰੀਡਿੰਗ ਲੋ ਰੱਖ ਲਓ, ਜਿੰਨਾ ਮਰਜ਼ੀ ਟੀਕੇ ਲਾ ਕੇ ਰੀਡਿੰਗ ਲੋ ਰੱਖ ਲਓ, ਤੁਹਾਡੀ ਦਾਤੀ ਚੱਲੀ ਜਾ ਰਹੀ ਹੈ। ਤੁਹਾਡੇ ਪੈਰ ਵੀ ਖਰਾਬ ਹੋਣਗੇ, ਤੁਹਾਡੀਆਂ ਅੱਖਾਂ ਵੀ ਖਰਾਬ ਹੋਣਗੀਆਂ, ਤੁਹਾਡੇ ਗੁਰਦੇ ਵੀ ਖਰਾਬ ਹੋਣਗੇ, ਤੁਹਾਨੂੰ ਹਾਰਟ ਅਟੈਕ ਵੀ ਜਲਦੀ ਹੋਏਗਾ, ਤੁਹਾਨੂੰ BP ਵੀ ਜਲਦੀ ਹੋਏਗਾ, ਤੁਸੀਂ ਮੋਟੇ ਵੀ ਹੋ, ਸਭ ਕੁਝ ਹੋਏਗਾ। ਲੱਖਾਂ ਲੋਕ ਜਿਹੜੇ ਨੇ ਅੰਨੇ ਹੋ ਰਹੇ ਹੈ, ਲੱਖਾਂ ਲੋਕਾਂ ਦੀਆਂ ਲੱਤਾਂ ਕੱਟੀਆਂ ਜਾ ਰਹੀਆਂ ਨੇ, ਲੱਖਾਂ ਲੋਕਾਂ ਦੇ ਗੁਰਦੇ ਜਿਹੜੇ ਨੇ ਉਹ ਖਰਾਬ ਹੋ ਰਹੇ ਹੈ। ਤਾਂ ਲੱਖਾਂ ਦੀ ਗਿਣਤੀ ਹੈ ਸਾਰੇ। ਤਾਂ ਇਸ ਕਰਕੇ ਜਿਹੜੇ ਲੱਖਾਂ ਲੋਕ ਕਰ ਰਹੇ ਜੇ ਆਪਾਂ ਇਸ ਗੱਲ ਨੂੰ ਲਹਿਰ ਬਣਾ ਦਈਏ ਕਿ ਭਾਈ ਦਵਾਈਆਂ ਨਾਲ ਸ਼ੂਗਰ ਦਾ ਇਲਾਜ ਨਹੀਂ ਹੁੰਦਾ। ਸ਼ੂਗਰ ਦਾ ਇਲਾਜ ਹੁੰਦਾ ਤਾਂ ਰਹਿਣੀ ਸਹਿਣੀ ਅਤੇ ਆਪਣੀ ਖਾਣਾ ਪੀਣਾ ਸਹੀ ਕਰਕੇ ਹੁੰਦਾ। ਉਹਦਾ ਗਿਆਨ ਅਸੀਂ ਤੜ ਪਾ ਰਹੇ ਹਾਂ। ਵੀਡੀਓ YouTube ਤੁਸੀਂ ਕੁਲਵੰਤ ਜੀ ਦੀਆਂ ਵੀਡੀਓ ਦੇਖ ਲਓ, ਇਹਨਾਂ ਦੀ ਜਿਹੜੀ ਚੈਨਲ ਹੈ ਉਹਦੇ ਉੱਪਰ ਤੁਸੀਂ ਇਹਨਾਂ ਦੀ ਵੀਡੀਓ ਅੰਤਾਂ ਦੀਆਂ ਵੀਡੀਓ ਪਈਆਂ ਨੇ ਸਾਰੀਆਂ, ਸਾਰਾ ਕੁਝ ਪਾਇਆ ਹੋਇਆ। ਕੁਛ ਨਹੀਂ ਅਸੀਂ ਆਪਣੇ ਕੋਲ ਕੁਛ ਲੁਕੋ ਕੇ ਨਹੀਂ ਰੱਖ ਰਹੇ। ਟਰਾਂਸਪੇਰੈਂਟਲੀ ਸਾਰਾ ਨੌਲੇਜ ਅਸੀਂ ਸ਼ੇਅਰ ਕਰ ਰਹੇ ਹਾਂ। ਤੁਸੀਂ ਆਪਣੇ ਡਾਕਟਰ ਆਪ ਬਣੋ। ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜਾ ਇਕੱਲਾ ਸਾਡਾ ਸ਼ਹਿਰੀ ਹੈ, ਪੰਜਾਬ ਵਾਸੀ ਹੈ ਜਾਂ ਹਿੰਦੁਸਤਾਨ ਦਾ ਵਾਸੀ ਹੈ, ਉਹ ਆਪਣੀ ਸਿਹਤ ਨੂੰ ਆਪ ਠੀਕ ਕਰਨਾ ਸਿੱਖੇ। ਕਿਉਂਕਿ ਆਲੇ ਦੁਆਲੇ ਜਿਹੜੇ ਵਪਾਰਕ ਹਿੱਤ ਨੇ ਉਹ ਡਿਫਰੈਂਟ ਢੰਗ ਨਾਲ ਆਪਰੇਟ ਕਰਦੇ ਆ। ਉਹਨਾਂ ਦੇ ਆਪਣੇ ਹਿੱਤ ਨੇ। ਉਹ ਤੁਹਾਡੇ ਹਿੱਤ ਜਦੋਂ ਤੁਸੀਂ ਉਹਨਾਂ ਕੋਲ ਜਾਓਗੇ ਤਾਂ ਤੁਹਾਡੇ ਹਿੱਤ ਘੱਟ ਦੇਖਣਗੇ, ਉਹ ਆਪਣੇ ਹਿੱਤ ਜ਼ਿਆਦਾ ਦੇਖਣਗੇ। ਇਸ ਕਰਕੇ ਬੇਨਤੀ ਹੈ ਕਿ ਜੇ ਡਾਕਟਰ ਦੀ ਮਦਦ ਲੈਣੀ ਹੈ ਉਦੋਂ ਵੀ ਆਪਣੀ ਅਕਲ ਜਿਹੜੀ ਹੈ ਵਰਤਣੀ ਹੈ ਨਾਲ ਇਕੱਲੇ ਬਲਾਈਂਡਲੀ ਮੱਥਾ ਨਹੀਂ ਟੇਕ ਦੇਣਾ ਜਾ ਕੇ ਵੀ ਜੋ ਗੋਲੀ ਕਹਤੀ ਜੋ ਟੀਕਾ ਕਹਤਾ ਲਵਾਈ ਜਾਣਾ। ਸੋ ਸੋਚਣਾ ਹੈ ਵੀ ਇਹ ਟੀਕਾ ਗੋਲੀ ਮੈਨੂੰ ਲੰਬੇ ਸਮੇਂ 'ਚ ਕਿੱਥੇ ਲੈ ਕੇ ਜਾਏਗਾ। ਸੋ ਇਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਕਰਨਾ। ਔਰ ਜਿਹੜੀ ਸ਼ੂਗਰ ਦਵਾਈਆਂ ਬੰਦ ਕਰਨੀਆਂ ਨੇ ਹੌਲੀ ਕਰਨੀਆਂ ਨੇ। ਸ਼ੂਗਰ ਦੀ ਰੀਡਿੰਗ ਜਿਹੜੀ ਹੈ 150-250 ਰੱਖਣੀ ਹੈ ਜਾਂ ਐਵਰੇਜ 250 'ਤੇ ਰੱਖਣੀ ਹੈ। ਤਾਂ ਇਹ ਕਰਕੇ ਅਤੇ ਹੌਲੀ 250 ਤੋਂ ਥੱਲੇ ਸ਼ੂਗਰ ਨੁਕਸਾਨ ਨਹੀਂ ਕਰਦੀ ਹੈ। ਪ੍ਰੂਵ ਹੋ ਗਿਆ ਕਿ 250 ਤੋਂ ਥੱਲੇ ਸ਼ੂਗਰ ਸਰੀਰ ਨੂੰ ਬਹੁਤਾ ਨੁਕਸਾਨ ਨਹੀਂ ਕਰਦੀ। ਪਰ ਆਪਾਂ ਤਾਂ ਸਿਰਫ ਆਰਜੀ ਕਰ ਰਹੇ ਹਾਂ। ਆਪਣੀ ਤਾਂ ਵਿਦਨ ਫਿਊ ਡੇਜ਼ ਉਹ ਥੱਲੇ ਆ ਹੀ ਜਾਣੀ ਹੈ। ਉਸ ਤੋਂ ਬਾਅਦ ਉੱਥੇ ਆ ਜਾਣੀ ਹੈ 100 120 30 ਅਤੇ 40 'ਤੇ ਆ ਜਾਣੀ ਹੈ। ਉਹ ਜਿਹੜੀ ਫਿਗਰ ਹੈ 150-250 ਵਾਲੀ, ਇਹ ਦਵਾਈਆਂ ਵਾਸਤੇ ਹੈ ਕਿ ਦਵਾਈਆਂ ਬੰਦ ਕਰਨ ਵਾਸਤੇ ਇਹ ਫਿਗਰ ਹੈ। ਦਵਾਈਆਂ ਬੰਦ ਕਰਨ ਵਾਸਤੇ 100 ਵਾਲੀ ਫਿਗਰ ਨਹੀਂ ਹੈ। ਦਵਾਈਆਂ ਬੰਦ ਕਰਨ ਲਈ 150 ਤੇ 250 ਦੀ ਫਿਗਰ ਹੈ। ਸੋ ਇਸ ਫਿਗਰ ਨੂੰ ਯਾਦ ਰੱਖਣਾ। ਉਹਦੇ ਸਿਰ 'ਤੇ ਆਪਾਂ ਟੀਕਾ ਵੀ ਬੰਦ ਕਰ ਸਕਦੇ ਹਾਂ ਅਤੇ ਉਹ ਵੀ ਬੰਦ ਕਰ ਸਕਦੇ ਹਾਂ। ਜਿਹੜੀ ਆਪਾਂ ਬੱਚਿਆਂ ਦੀ ਗੱਲ ਰਹਿ ਗਈ ਆਪਣੀ ਕਿ ਬੱਚੇ ਜਿਹੜੇ ਨੇ ਸ਼ੂਗਰ ਵਾਲੇ ਉਹ ਵੀ ਅਗਰ ਇਸ ਰਸਤੇ ਪੈ ਜਾਣ ਤਾਂ ਬਹੁਤ ਸਾਰੇ ਬੱਚੇ ਜਿਹੜੇ ਨੇ ਘੱਟੋ ਘੱਟ 70% ਬੱਚੇ ਵੀ ਸ਼ੂਗਰ ਮੁਕਤ ਹੋ ਰਹੇ ਹੈ। 30% ਅਜੇ ਅੜੇ ਹੋਏ ਹੈ। ਉਹਨਾਂ ਨੂੰ ਦੇਖਦੇ ਹਾਂ ਕਿਉਂਕਿ ਉਹ ਸਾਲ 2 ਸਾਲ ਤੋਂ ਬਾਅਦ ਵੀ ਥੋੜ੍ਹੀ ਇਨਸੂਲਿਨ ਚੱਲ ਰਹੀ ਉਹਨਾਂ ਨੂੰ। ਲੇਕਿਨ 10 ਚੋਂ 7 ਬੱਚਿਆਂ ਦੇ ਜਿਹੜੀ ਇਨਸੂਲਿਨ ਆ ਉਹ ਬੰਦ ਹੋ ਜਾਂਦੀ ਹੈ। ਅਤੇ ਉਹ ਇੱਕ ਬਹੁਤ ਹੀ ਵੱਡੀ ਜਿਹੜੀ ਇਹ ਖੁਸ਼ਖਬਰੀ ਹੈ ਮਾਂ ਬਾਪ ਲਈ। ਕਿਉਂਕਿ ਜਿਹੜੇ ਬੱਚੇ ਸ਼ੂਗਰ ਦੇ ਮਰੀਜ਼ ਹੋ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਤਾਂ ਵਿਚਾਰਿਆਂ ਦੀ ਮਾਂ ਬਾਪ ਦੀ ਵੀ ਨਰਕ ਬਣ ਜਾਂਦੀ ਹੈ ਅਤੇ ਬੱਚੇ ਦੀ ਤਾਂ ਬਣਨੀ ਹੈ। ਸੋ ਇਸ ਕਰਕੇ ਸਾਡੇ ਸਮਾਜ ਦੇ ਅੰਦਰ ਜਿਹੜਾ ਇਹ ਜਿਹੜਾ ਸ਼ੂਗਰ ਦੀ ਬਿਮਾਰੀ ਦਾ ਜਿਹੜਾ ਪ੍ਰਕੋਪ ਹੈ ਬਹੁਤ ਆਤੰਕ ਮਚਾ ਰਿਹਾ। ਸਾਡੇ ਸਰੀਰਾਂ ਨੂੰ, ਸਾਡੇ ਮਨ ਨੂੰ, ਸਾਡੀ ਪ੍ਰਜਨਨ ਕਿਰਿਆ ਨੂੰ, ਸਾਡੇ ਜਿਹੜੀ ਸੈਕਸੁਅਲ ਵੀਕਨੈਸ ਹੋ ਰਹੀ ਹੈ ਉਹਨੂੰ ਮਤਲਬ ਸੱਤਿਆਨਾਸ਼ ਕਰ ਰਿਹਾ ਸਾਰਾ। ਅਤੇ ਇਸ ਆਤੰਕ ਤੋਂ ਬਚਣ ਲਈ ਜਿਹੜੀ ਹੈ ਸਾਨੂੰ ਇਹ ਸਿੱਖਣਾ ਸ਼ੂਗਰ ਦੀ ਬਿਮਾਰੀ ਤੋਂ ਮੁਕਤ ਹੋਣਾ ਬਿਨਾਂ ਦਵਾਈਆਂ ਦੇ ਬੇਹੱਦ ਜ਼ਰੂਰੀ ਹੈ। ਆਪਾਂ ਘਰ ਇਹ ਸੁਨੇਹਾ ਪਹੁੰਚਾਈਏ ਕਿ ਸ਼ੂਗਰ ਦੀ ਬਿਮਾਰੀ ਤੋਂ ਮੁਕਤ ਬਿਨਾਂ ਦਵਾਈਆਂ ਅਤੇ ਬਿਨਾਂ ਟੀਕੇ ਤੋਂ ਹੋਇਆ ਜਾ ਸਕਦਾ। ਵਿਗਿਆਨ 'ਚ ਸਿੱਧ ਹੋ ਗਿਆ। ਵਿਗਿਆਨ ਨੇ ਗੱਲ ਪ੍ਰੂਵ ਕਰਤੀ ਹੈ, ਤਜਰਬੇ ਨੇ ਸਿੱਧ ਕਰਤੀ ਹੈ। ਅਨੇਕਾਂ ਡਾਕਟਰ ਇਹ ਪ੍ਰੈਕਟਿਸ ਕਰਕੇ ਸਿੱਧ ਕਰ ਚੁੱਕੇ ਹੈ। ਸੋ ਇਸ ਕਰਕੇ ਕੋਈ ਬੰਦਾ ਸਾਡੇ ਪੰਜਾਬ ਦੇ ਅੰਦਰ, ਸਾਡੇ ਦੇਸ਼ ਦੇ ਅੰਦਰ ਇਹੋ ਜਿਹਾ ਨਾ ਹੋਵੇ ਜਿੱਥੇ ਤੱਕ ਮੈਸੇਜ ਨਾ ਪਹੁੰਚੇ। ਕਿਉਂਕਿ ਜਦੋਂ ਮੈਸੇਜ ਪਹੁੰਚੇਗਾ ਤਾਂ ਜ਼ਰੂਰ ਉਹ ਇਸ ਗੱਲ ਲਈ ਯਤਨਸ਼ੀਲ ਹੋਏਗਾ ਕਿ ਮੈਂ ਵੀ ਦਵਾਈਆਂ ਛੱਡ ਕੇ ਅਤੇ ਟੀਕੇ ਛੱਡ ਕੇ ਤੰਦਰੁਸਤ ਹੋਵਾਂ। ਅਤੇ ਮੈਂ ਸਮਝਦਾ ਕਿ ਆਪਾਂ ਆਉਣ ਵਾਲੇ 10 ਕੁ ਸਾਲ ਵੀ ਕੰਮ ਕਰ ਲਈਏ ਤਾਂ ਜਿੱਥੇ ਸਾਨੂੰ ਇਹ ਡਰਾ ਰਹੇ ਕਿ ਤੁਹਾਡਾ ਜਿਹੜਾ ਮੁਲਕ ਹੈ ਉਹ ਸ਼ੂਗਰ ਦੀ ਕੈਪੀਟਲ ਬਣ ਜਾ ਰਿਹਾ,
ਅਸੀਂ ਉਹਨੂੰ ਸ਼ੂਗਰ ਮੁਕਤ ਕਰਨ 'ਚ ਕਾਮਯਾਬ ਹੋ ਜਾਵਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਬਾ ਕਮਾਲ ਜਾਣਕਾਰੀ ਦਿੱਤੀ ਆ ਔਰ ਉਮੀਦ ਕਰਦੇ ਹਾਂ ਕਿ ਤੁਹਾਡੀ ਦਿੱਤੀ ਜਾਣਕਾਰੀ ਸਾਰਿਆਂ ਨੂੰ ਪਸੰਦ ਆਏਗੀ ਤੇ ਲਾਗੂ ਵੀ ਕਰਨਗੇ। ਧੰਨਵਾਦ ਜੀ। ਸੋ ਇੱਕ ਮਿਸ਼ਨ ਲੈ ਕੇ ਚੱਲੇ ਹੋਏ ਹਾਂ ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਕਿ ਐਜੂਕੇਸ਼ਨ ਦੇਣੀ ਹੈ, ਲੋਕਾਂ ਨੂੰ ਐਜੂਕੇਟ ਕਰਨਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਦਵਾਈਆਂ ਤੋਂ ਬਚ ਸਕਦੇ ਹਾਂ। ਇਹਦਾ ਮਕਸਦ ਇਹ ਨਹੀਂ ਹੈਗਾ ਕਿ ਦਵਾਈਆਂ ਅਸੀਂ ਸਾਨੂੰ ਕਿਸੇ ਦਵਾਈਆਂ ਤੋਂ ਚਿੜ ਹੈ। ਇਹਦਾ ਦਵਾਈਆਂ ਉਹਨਾਂ ਕੰਡੀਸ਼ਨਸ ਦੇ ਵਿੱਚ ਅੰਮ੍ਰਿਤ ਦਾ ਕੰਮ ਕਰਦੀਆਂ ਨੇ ਜਦੋਂ ਸਾਡੀ ਲਾਈਫ ਸੇਵਿੰਗ ਸਿਚੁਏਸ਼ਨ ਹੋ। ਕਿਉਂ ਡਾਕਟਰ ਸਾਹਿਬ? ਇਸ ਤੋਂ ਇਲਾਵਾ ਦਵਾਈ ਨਹੀਂ ਖਾਣੀ ਹੁੰਦੀ। ਐਲੋਪੈਥਿਕ ਦਵਾਈ ਖਾਣੀ ਹੈ ਤਾਂ ਸਿਰਫ ਉਦੋਂ ਹੀ ਖਾਣੀ ਹੈ ਜਦੋਂ ਆਪਾਂ ਕਿਤੇ ਔਖੇ ਹਾਲਾਤ 'ਚ ਫਸ ਗਏ। ਆਪਾਂ ਮਤਲਬ ਸਾਡਾ ਮਕਸਦ ਇਹ ਨਹੀਂ ਹੈਗਾ ਕਿ ਤੁਹਾਡੀ ਲਾਈਫ ਸੇਵਿੰਗ ਸਿਚੁਏਸ਼ਨ ਦੇ ਵਿੱਚ ਵੀ ਅਸੀਂ ਕਹੀਏ ਵੀ ਤੁਸੀਂ ਦਵਾਈ ਨਾ ਖਾਓ। ਬਿਲਕੁਲ ਖਾਓ ਦਵਾਈ ਜਿਹੜੀ ਆ ਉਹ ਅੰਮ੍ਰਿਤ ਦਾ ਕੰਮ ਕਰਦੀ ਹੈ। ਐਲੋਪੈਥੀ ਇੱਕ ਐਸੀ ਪੱਧਤੀ ਹੈ ਜਿਹੜੀ ਕਿ ਬਾਕਮਾਲ ਜਿਹੜੇ ਨੇ ਕੰਮ ਕੀਤੇ ਹੋਏ ਨੇ ਔਰ ਉਹ ਲਾਈਫ ਸੇਵਿੰਗ ਸਿਚੁਏਸ਼ਨ ਦੇ ਵਿੱਚ ਉਸ ਤੋਂ ਉੱਪਰ ਪੱਧਤੀ ਇਸ ਟਾਈਮ ਕੋਈ ਨਜ਼ਰ ਨਹੀਂ ਆ ਰਹੀ। ਐਕਸੀਡੈਂਟ ਅਤੇ ਹੋਰ ਐਮਰਜੈਂਸੀ ਹਾਲਾਤਾਂ ਦੇ ਵਿੱਚ ਬਾਕਮਾਲ ਕੰਮ ਕੀਤਾ ਹੋਇਆ ਉਹਨਾਂ ਨੇ। ਪਰ ਜਿਹੜੇ ਆਪਾਂ ਉਸ ਨੂੰ ਫਿਰ ਉਸ ਨੂੰ ਪੂਰੀ ਤਰ੍ਹਾਂ ਫੋਲੋ ਕਰਕੇ ਬਿਲਕੁਲ ਉਹਦੇ ਹੀ ਗੁਲਾਮ ਬਣ ਜਾਂਦੇ ਹਾਂ, ਜਦੋਂ ਮਾੜੀ ਗੱਲ ਦੇ ਉੱਤੇ ਵੀ ਆਪਾਂ ਦਵਾਈ ਖਾਣ ਲੱਗ ਪੈਂਦੇ ਹਾਂ, ਉਹ ਫਿਰ ਸਾਡੇ ਜਿਹੜੇ ਬਾਡੀ ਨੂੰ ਨੁਕਸਾਨ ਪਹੁੰਚਾਉਂਦੇ ਨੇ। ਇਹ ਨਾ ਸਿਰਫ ਅਸੀਂ ਇਸ ਚੀਜ਼ ਤੋਂ ਨਾਲ ਸਹਿਮਤ ਹਾਂ ਬਲਕਿ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਬਹੁਤ ਸਾਰੇ ਕੰਟਰੀਜ਼ ਨੇ ਜਿੱਦਾਂ ਅਮਰੀਕਾ ਹੈਗਾ, ਕੈਨੇਡਾ ਹੋਗਾ, ਬੜੇ ਵੱਡੇ ਕੰਟਰੀਜ਼ ਜਿਹੜੇ ਨੇ ਉਹ ਵੀ ਇਹਨਾਂ ਗੱਲਾਂ ਦੇ ਨਾਲ ਸਹਿਮਤ ਨੇ। ਅਤੇ ਉਹਨਾਂ ਕੰਟਰੀਜ਼ ਦੇ ਵਿੱਚ ਟੈਸਟ ਕੀਤੇ ਬਿਨਾਂ ਤੇ ਜਦੋਂ ਤੱਕ ਲਾਈਫ ਸੇਵਿੰਗ ਸਿਚੁਏਸ਼ਨ ਨਹੀਂ ਹੁੰਦੀ ਉਹਨਾਂ ਹਾਲਾਤਾਂ ਤੋਂ ਬਿਨਾਂ ਜਿਹੜੀ ਆ ਉਹ ਦਵਾਈ ਕਿਸੇ ਨੂੰ ਦਿੱਤੀ ਨਹੀਂ ਜਾਂਦੀ। ਇਹ ਉੱਥੇ ਰੂਲ ਬਣਿਆ ਹੋਇਆ। ਇੱਥੇ ਆਪਣੇ ਜਾ ਕੇ ਜਣਾ ਖਣਾ ਜਾ ਕੇ ਕੈਮਿਸਟ ਤੋਂ ਵੀ ਜਾ ਕੇ ਦਵਾਈ ਲੈ ਆਉਂਦਾ ਅਤੇ ਆਪਣੇ ਆਪ ਹੀ ਜਿਹੜੀ ਸੈਲਫ ਮੈਡੀਕੇਸ਼ਨ ਕਰੀ ਜਾਂਦਾ ਅਤੇ ਉਹ ਇੱਕ ਵੱਡਾ ਨੁਕਸਾਨ ਪਹੁੰਚਾਉਂਦੀ ਹੈ। ਸਾਡਾ ਮਕਸਦ ਤੁਹਾਨੂੰ ਐਜੂਕੇਟ ਕਰਨਾ ਹੈ, ਡਰਾਉਣਾ ਨਹੀਂ ਹੈਗਾ, ਦਵਾਈਆਂ ਤੋਂ ਹਟਾਉਣਾ ਨਹੀਂ ਹੈਗਾ। ਦਵਾਈਆਂ ਜਿਹੜੀਆਂ ਨੇ ਉਹ ਜੇ ਲੋੜ ਪੈਂਦੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਉਹ ਜ਼ਰੂਰ ਲੈ ਸਕਦੇ ਹੋ। ਪਰ ਜਿੱਥੇ ਲੋੜ ਨਹੀਂ ਹੈਗੀ ਉੱਥੇ ਤੁਸੀਂ ਇਸ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਦੇ ਗੌਰ ਨਾਲ ਸਮਝੋ ਅਤੇ ਜੇ ਲੋੜ ਪੈਂਦੀ ਹੈ ਤਾਂ ਤੁਸੀਂ ਡਾਕਟਰ ਅਮਰ ਸਿੰਘ ਆਜ਼ਾਦ ਨਾਲ ਸੰਪਰਕ ਕਰਕੇ ਆਪਣੇ ਸ਼ੰਕੇ ਦੂਰ ਕਰ ਸਕਦੇ ਹੋ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਲੋੜ ਹੈ ਇਸ ਵੀਡੀਓ 'ਚ ਦਿੱਤੀ ਜਾਣਕਾਰੀ ਨੂੰ ਘਰ ਪਹੁੰਚਾਉਣ ਦੀ ਤਾਂ ਕਿ ਘਰ ਲੋਕ ਐਜੂਕੇਟ ਹੋਣ, ਸਿੱਖਿਅਤ ਹੋਣ, ਇਸ ਚੀਜ਼ ਦੀ ਬਿਮਾਰੀ ਤੋਂ ਬਚਣ ਕਿਉਂਕਿ ਇੱਕ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਆਪਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਿਹਣਾ ਮਾਰਿਆ ਜਾ ਰਿਹਾ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਇੰਡੀਆ ਜਿਹੜੀ ਆ ਉਹ ਸ਼ੂਗਰ ਦੀ ਕੈਪੀਟਲ ਬਣਨ ਜਾ ਰਹੀ ਹੈ। ਆਪਾਂ ਉਸ ਮਿਹਣੇ ਨੂੰ ਜਿਹੜਾ ਉਹ ਗਲਤ ਸਾਬਤ ਕਰੀਏ ਅਤੇ ਸ਼ੂਗਰ ਜਿਹੜਾ ਉਹ ਉਸ ਨੂੰ ਸ਼ੂਗਰ ਮੁਕਤ ਭਾਰਤ ਜਿਹੜਾ ਉਹ ਬਣਾ ਦਈਏ। ਅਤੇ ਜੇਕਰ ਇਹ ਜਾਣਕਾਰੀ ਘਰ ਪਹੁੰਚਦੀ ਹੈ, ਚੰਦ ਲੋਕ ਵੀ ਇਸ ਤੋਂ ਫਾਇਦਾ ਚੁੱਕ ਕੇ ਠੀਕ ਹੋ ਜਾਂਦੇ ਨੇ, ਸਹੀ ਰਾਹ 'ਤੇ ਪੈ ਜਾਂਦੇ ਨੇ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ, ਸਾਡੇ ਚੈਨਲ ਨਿਊਜ਼ ਏਸ਼ੀਆ ਹਿੰਦੀ, ਆਵਾਜ਼ੇ ਪੰਜਾਬ ਅਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ, ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।